ਕਹਿੰਦਾ ਸੀ 1000 ਰੁਪਏ ਦੇਵਾਂਗੇ, ਸਾਡੀ ਸਰਕਾਰ ਆ ਗਈ। ਕੋਈ ਕਹਿੰਦਾ ਸੀ 2000 ਦੇਵਾਂਗੇ ਤੇ 8 ਸਿਲੰਡਰ ਵੀ ਮੁਫਤ ਦੇਵਾਂਗੇ। ਤੇ ਇਹ ਜਿਹੇ ਬਿਆਨ ਜਿਹੜੇ ਸਿਆਸਤ ਵਿੱਚ ਦਿੱਤੇ ਜਾ ਰਹੇ ਇਹਨਾਂ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਸਰ ਪਹਿਲੇ ਤੇ ਮੈਂ ਕਹਿਣਾ ਚਾਹਾਂਗੀ ਕਿ ਲੇਡੀਜ਼ ਨੂੰ ਵੀਕ ਸਮਝਣਾ ਬੰਦ ਕਰੋ। ਵਾਅਦੇ ਲਾਰੇ ਸੁਣ ਕੇ ਵੋਟ ਪਾਈਏ ਕਿਸੇ ਪਾਰਟੀ ਨੇ ਵੀ ਆਹ ਪਾਰਟੀ ਕਹਿ ਰਹੀ ਹੈ ਇਦਾਂ ਕਰੂਗੀ ਤੇ ਉਹਨੇ ਉਦਾਂ ਕੀਤਾ ਹੋ? हाँ मैंने कितनी बार पाया है ऐसे करके कि चलो मतलब ਆਪਣੀ ਪਾਰਟੀ ਲਿਆਉਣ ਵਾਸਤੇ ਇੰਨੇ ਰੋਜ਼ ਝੂਠ ਬੋਲਦੇ ਆ ਕਿ ਹੁਣ ਜਨਤਾ ਸਮਝ ਗਈ ਹੈ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਹੁਣ ਜਨਤਾ ਇੰਨੀ ਸਿਆਣੀ ਹੋ ਗਈ ਹੈ। ਲੱਗਦਾ ਪਾਰਟੀ ਵੀ ਲੋਕਾਂ ਦੀ ਗੱਲ ਸੁਣਦੀ ਆ, ਲੋਕਾਂ ਦੇ ਮਸਲੇ ਹੱਲ ਕਰ ਸਕਦੀ ਹੈ। ਇਹ ਤਾਂ ਬੜਾ ਕਠਿਨ ਸਵਾਲ ਤੁਸੀਂ ਪੁੱਛ ਲਿਆ ਮੇਰੇ ਤੋਂ। ਪੋਲਿਟਿਕਸ 'ਚ ਆਉਣ, ਇਲੈਕਸ਼ਨ ਲੜਨ ਆ ਕੇ ਯੁਵਾ ਸਾਹਮਣੇ ਆਉਣ। युवक वहाँ निकाह दे रहे हैं ਕਿਉਂ ਪ੍ਰਾਈਮ ਮਿਨਿਸਟਰ ਦੀ ਇੰਨੀ ਪਾਵਰ ਹੁੰਦੀ ਹੈ ਕਿ ਉਹ ਜਿੱਧਰੋਂ ਮਰਜ਼ੀ ਜਾ ਸਕਦਾ, ਜਿੱਧਰੋਂ ਮਰਜ਼ੀ ਆ ਸਕਦਾ, ਜਿੱਧਰੋਂ ਮਰਜ਼ੀ ਰੂਟ ਚੇਂਜ ਕਰਾ ਸਕਦਾ। ਕਿਉਂਕਿ ਫ੍ਰੀ 'ਚ ਕੁਝ ਵੀ ਨਹੀਂ ਹੁੰਦਾ, ਉਹ ਘੁੰਮਾ ਕੇ ਸਾਡੇ ਕੋਲੋਂ ਹੀ ਲਿਆ ਜਾਂਦਾ ਹੈ, ਠੀਕ ਹੈ। ਔਰ ਸ਼ਾਰਟ ਟਰਮ ਲਈ ਸਾਨੂੰ ਫ੍ਰੀ 'ਚ ਕਹਿ ਤਾਂ ਦਿੰਦੇ ਆ। ਇਹਨਾਂ ਨੂੰ ਉਮੀਦ ਸੀ ਵੀ 60-70 ਹਜ਼ਾਰ ਬੰਦਾ ਇਕੱਠਾ ਕਰਨਾ ਉੱਥੇ, ਕਿਸਾਨਾਂ ਵੱਲੋਂ ਜਾਂ ਹੋਰਾਂ ਪਬਲਿਕ ਵੱਲੋਂ। ਉਹ ਇਹਨਾਂ ਨੂੰ ਬੰਦਾ ਕੋਈ ਨਹੀਂ ਮਿਲਿਆ ਉੱਥੇ ਬੰਦਾ 700 ਵੀ ਨਹੀਂ ਇਕੱਠਾ ਹੋ ਸਕਿਆ ਇਹਨਾਂ ਕੋਲ। ਨੌਜਵਾਨ ਇਹ ਕਹਿ ਦਿੰਦੇ ਨੇ ਵੀ ਅਸੀਂ ਤਾਂ ਵੋਟ ਨਹੀਂ ਪਾਉਣੀ ਕਿਉਂਕਿ ਕੋਈ ਚੱਜ ਦਾ ਬੰਦਾ ਹੈ ਹੀ ਨਹੀਂ। ਕਿੰਨੀ ਕੁ ਸੱਚਾਈ ਹੈ ਗੱਲ? ਬਿਲਕੁਲ ਜੀ, ਸੱਚਾਈ ਤਾਂ ਹੈਗੀ ਹੈ ਜੀ। ਇਹ ਅਖਬਾਰ ਅੱਜ ਕੱਲ੍ਹ ਵਿਊਜ਼ ਨੇ, ਨਿਊਜ਼ ਨਹੀਂ ਹੈਗੀਆਂ। ਆਮ ਆਦਮੀ ਪਾਰਟੀ ਪੰਜਾਬ 'ਚ ਆ ਜਾਊਗੀ ਫਿਰ ਇਸ ਵਾਰ? ਲੱਗ ਰਹੇ ਚਾਂਸ ਜ਼ਿਆਦਾ ਲੱਗ ਰਹੇ ਉਹਨਾਂ ਦੇ। ਤੇ ਬਾਕੀ ਰਹਿ ਗਈ ਹੁਣ ਆਪ ਹੈ ਜੋ ਜ਼ੋਰ ਲਾ ਲਵੇ ਤਾਂ ਆ ਸਕਦੀ ਹੈ, ਬਾਕੀ ਹੋਰ ਕੋਈ ਚਾਂਸ ਹੁਣ ਮੈਨੂੰ ਕਾਂਗਰਸ ਦੇ ਵੀ ਜ਼ਿਆਦਾ ਲੱਗ ਰਹੇ। ਜਿਵੇਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪਬਲਿਕ ਓਪੀਨੀਅਨ। ਤੇ ਅੱਜ ਆਪਾਂ ਮੋਹਾਲੀ ਦੇ ਵਸਨੀਕਾਂ ਤੋਂ ਜਾਣਾਂਗੇ ਕਿ ਸਿਆਸਤ ਨੂੰ ਲੈ ਕੇ ਉਹ ਕੀ ਰਾਏ ਰੱਖਦੇ ਨੇ। ਲੰਘੇ ਦਿਨੀ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮਚੀ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਫਿਰੋਜ਼ਪੁਰ ਰੈਲੀ ਵਿੱਚ ਆਉਣ ਦੀ ਕੋਸ਼ਿਸ਼ ਤਾਂ ਕਰਦੇ ਨੇ, ਪਰ ਜਿਸ ਤਰੀਕੇ ਦੇ ਹਾਲਾਤ ਨੇ ਉਹ ਰੈਲੀ ਵਿੱਚ ਨਹੀਂ ਪਹੁੰਚਦੇ, ਰੈਲੀ ਰੱਦ ਹੋ ਜਾਂਦੀ ਹੈ। ਸੋ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਸਿਆਸਤ ਆ ਜਿਹੜੀ ਉਹ ਗਰਮਾਈ ਹੋਈ ਹੈ। ਰਾਸ਼ਟਰਪਤੀ ਰਾਜ ਲੱਗਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਸਟੇਜਾਂ ਤੋਂ ਨੌਜਵਾਨਾਂ ਦੇ ਨਾਲ ਜੁੜ ਕੇ ਵੱਡੇ ਬਿਆਨ ਦਿੱਤੇ ਜਾ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਤੇ ਹਰ ਇੱਕ ਵਰਗ ਦੇ ਨਾਲ, ਔਰਤਾਂ ਦੇ ਨਾਲ ਖਾਸ ਤੌਰ ਤੇ, ਕਿ ਉਹਨਾਂ ਦੀ ਇਹਨਾਂ ਸਿਆਸੀ ਵਾਅਦਿਆਂ ਦੇ ਉੱਤੇ ਕੀ ਰਾਏ ਰੱਖਦੇ ਨੇ, ਪੰਜਾਬ ਦੀ ਸਿਆਸਤ ਨੂੰ ਲੈ ਕੇ ਤੇ ਸਿਆਸੀ ਆਗੂਆਂ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ। ਸੋ ਆਪਾਂ ਇੱਥੇ ਜਿਹੜੀਆਂ ਪਾਰਕਾਂ ਬਣੀਆਂ ਹੋਈਆਂ ਨੇ, ਇੱਥੇ ਸਾਰੇ ਲੋਕ ਧੁੱਪ ਸੇਕ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨੂੰ ਜਾਣਦੇ ਹਾਂ ਉਹਨਾਂ ਦੇ ਸਿਆਸਤ ਲਈ ਉਹਨਾਂ ਦਾ ਕੀ ਓਪੀਨੀਅਨ ਆ। ਆ ਜਾਓ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਚੋਣਾਂ ਪੰਜਾਬ ਦੇ ਵਿੱਚ ਇਲੈਕਸ਼ਨ ਆਉਣ ਵਾਲੇ ਨੇ। ਹੁੰਦਾ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਪਾਰਟੀਆਂ ਵੱਡੇ ਬਿਆਨ ਕਰਦੀਆਂ ਨੇ। ਖਾਸ ਤੌਰ ਤੇ ਹੁਣ ਲੰਘੇ ਦਿਨਾਂ ਦੇ ਵਿੱਚ ਔਰਤ ਵੋਟ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਕਿ ਵਾਅਦੇ ਕੀਤੇ ਜਾ ਰਹੇ ਨੇ। ਕੋਈ ਕਹਿੰਦਾ ਸੀ 1000 ਰੁਪਏ ਦੇਵਾਂਗੇ, ਸਾਡੀ ਸਰਕਾਰ ਆ ਗਈ। ਕੋਈ ਕਹਿੰਦਾ ਸੀ 2000 ਦੇਵਾਂਗੇ ਤੇ 8 ਸਿਲੰਡਰ ਵੀ ਮੁਫਤ ਦੇਵਾਂਗੇ। ਤੇ ਇਹ ਜਿਹੇ ਬਿਆਨ ਜਿਹੜੇ ਸਿਆਸਤ ਵਿੱਚ ਦਿੱਤੇ ਜਾ ਰਹੇ ਇਹਨਾਂ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਸਰ ਪਹਿਲੇ ਤੇ ਮੈਂ ਕਹਿਣਾ ਚਾਹਾਂਗੀ ਕਿ ਲੇਡੀਜ਼ ਨੂੰ ਵੀਕ ਸਮਝਣਾ ਬੰਦ ਕਰੋ। ਤੁਹਾਡੇ ਪੈਸੇ ਤੇ ਜਿਹੜੀਆਂ ਲੇਡੀਜ਼ ਇਸ ਲਈ ਨਹੀਂ ਬੈਠੀਆਂ ਹੋਈਆਂ, ਖੁਦ ਵੀ ਸੈਲਫ ਡਿਪੈਂਡੈਂਟ ਹੋ ਰਹੀਆਂ ਵੇ, ਬਹੁਤ ਅੱਛੀ ਤਰ੍ਹਾਂ ਹੋ ਰਹੀਆਂ ਵੇ। ਤੁਸੀਂ ਉਹਨਾਂ ਨੂੰ ਇਹ ਜਿਹੜੇ ਪੈਸਿਆਂ ਦੀ ਲਾਲਚ ਦੇ ਕੇ ਆਪਣੇ ਵੋਟ ਖਰੀਦਦੇ ਪਏ ਹੋ, ਉਹ ਪਲੀਜ਼ ਬੰਦ ਕਰ ਦਿਓ। ਹੁਣ ਲੇਡੀਜ਼ ਜਿਹੜੀਆਂ ਵੇ ਉਹ ਬਹੁਤ ਸਮਝਦਾਰ ਹੋ ਚੁੱਕੀਆਂ ਵੇ। ਤੁਸੀਂ ਜਿਹੜੇ ਸਾਨੂੰ ਪੈਸੇ ਦੇਣੇ ਹੈ ਉਹਨੂੰ ਇੱਕ ਸਾਈਡ 'ਤੇ ਰੱਖ ਕੇ, ਸਭ ਤੋਂ ਪਹਿਲੇ ਤੁਸੀਂ ਜਿਹੜਾ ਗੈਸ ਇੰਨਾ ਪ੍ਰਾਈਸ ਹਾਈਕ ਕਰ ਦਿੱਤਾ ਵਾ ਉਹਨੂੰ ਹੀ ਪਲੀਜ਼ ਘਟਾ ਦਿਓ। ਮੇਰੀ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਹੈ। 910 ਰੁਪਏ ਦਾ ਮੈਂ ਹਜੇ ਪਰਸੋਂ ਗੈਸ ਲਿਆ ਵਾ। ਤੁਸੀਂ ਪੈਸੇ ਜਿਹੜੇ ਦੇਣੇ ਹੈ ਉਹਨੂੰ ਇੱਕ ਪਾਸੇ ਰੱਖ ਕੇ ਕਮ ਸੇ ਕਮ ਪਹਿਲੇ ਉਹਦੀ ਪ੍ਰਾਈਸ ਤੇ ਘਟਾ ਦਿਓ ਤਾਂ ਕਿ ਅਸੀਂ ਤੁਹਾਨੂੰ ਸਮਝੀਏ ਕਿ ਤੁਸੀਂ ਸਾਡੇ ਵਾਸਤੇ ਸੋਚ ਰਹੇ ਹੋ। ਇਸ ਤੋਂ ਜ਼ਿਆਦਾ ਹੋਰ ਮੈਂ ਕੀ ਕਹਿ ਸਕਦੀ ਹਾਂ ਕਿ ਜੋ ਚੀਜ਼ ਪ੍ਰੈਜ਼ੈਂਟਲੀ ਚੱਲ ਰਹੀ ਹੈ ਕਮ ਸੇ ਕਮ ਉਹਨੂੰ ਠੀਕ ਤੇ ਕਰ ਦਿਓ। ਕੀ ਤੁਹਾਨੂੰ ਲੱਗਦਾ ਜਿਹੜੀਆਂ ਮੁਫਤ ਦੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਇਹ ਸਿਰਫ ਵੋਟਾਂ ਵਟੋਰਨ ਤੱਕ ਹੀ ਨੇ, ਬਾਅਦ ਦੇ ਵਿੱਚ ਤਾਂ ਪੂਰੀਆਂ ਹੁੰਦੀਆਂ ਹੀ ਨਹੀਂ? ਸਰ ਇਸ ਲਈ ਸਾਰੀਆਂ ਪਾਰਟੀਆਂ ਆਪਣੇ ਆਪ ਵੱਲ ਲੋਕਾਂ ਨੂੰ ਖਿੱਚਣ ਵਾਸਤੇ ਇੰਨਾ ਕੁਝ ਕਰ ਰਹੀਆਂ ਕਿ ਹੁਣ ਜਨਤਾ ਜਿਹੜੀ ਹੈ ਨਾ ਉਹ ਸਭ ਸਮਝਦੀ ਹੈ ਕਿ ਕੀ ਸੱਚਾਈ ਹੈ ਨਾ ਸਭ ਦੀ। ਯਾਨੀ ਕਿ ਵੋਟਾਂ ਖਰੀਦਣ ਇੱਕ ਮਾਰਕੀਟਿੰਗ ਦੀ ਤਰ੍ਹਾਂ ਹੋ ਗਿਆ, ਜਿਵੇਂ ਕੋਈ ਪ੍ਰੋਡਕਟ ਵੇਚਣਾ ਆ। ਬਿਲਕੁਲ ਸਰ, ਬਿਲਕੁਲ। ਜਿਹੜੀ ਗਵਰਨਮੈਂਟ ਜਿਹੜੀ ਵੀ ਹੈਗੀ ਹੈ, ਚਾਹੇ ਉਹ ਸੱਤਾ 'ਚ ਹੈਗੀ ਹੈ ਚਾਹੇ ਨਹੀਂ ਹੈਗੀ ਹੈ, ਉਹਨੂੰ ਇੰਨੀ ਜ਼ਿਆਦਾ ਉਹ ਆਪਣੇ ਆਪ 'ਚ ਇਨਸਿਕਿਉਰ ਹੋ ਗਏ ਹੈ ਕਿ ਆਪਣੀ ਪਾਰਟੀ ਲਿਆਉਣ ਵਾਸਤੇ ਇੰਨੇ ਰੋਜ਼ ਝੂਠ ਬੋਲਦੇ ਆ ਕਿ ਹੁਣ ਜਨਤਾ ਸਮਝ ਗਈ ਹੈ ਕਿ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਹੁਣ ਜਨਤਾ ਇੰਨੀ ਸਿਆਣੀ ਹੋ ਗਈ ਹੈ। ਪੰਜਾਬ ਦੇ ਵਿੱਚ ਧਰਨੇ ਰੋਜ਼ ਲੱਗਦੇ ਨੇ,
ਤੁਹਾਡੇ ਕਿਸੇ ਰਿਲੇਟਿਵ ਜਾਂ ਤੁਹਾਡੇ ਕਿਸੇ ਵਾਹ ਵਸਤਕੀ ਪੈਂਦੀ ਇਹਨਾਂ ਦੇ ਨਾਲ ਫਿਰ ਕਿੰਨਾ ਕਿ ਇਹ ਬੁਰਾ ਮਹਿਸੂਸ ਹੁੰਦਾ ਕਿ ਸਾਨੂੰ ਆਪਣੀ ਹੱਕਾਂ ਦੇ ਲਈ ਆਪਣੀ ਜ਼ਰੂਰਤਾਂ ਦੇ ਲਈ ਧਰਨੇ ਤੇ ਬੈਠਣਾ ਪੈ ਰਿਹਾ? ਸਰ ਮੈਂ ਪਰਸਨਲੀ ਤੇ ਕਹਾਂਗੀ ਕਿ ਸਾਡੇ ਫੈਮਿਲੀ 'ਚ ਵੀ ਇਹ ਚੀਜ਼ ਜਿਹੜੀ ਹੈ ਅਸੀਂ ਫੇਸ ਕਰ ਰਹੇ ਹਾਂ। ਮੈਂ ਕੌਣ ਫੇਸ ਕਰ ਰਿਹਾ ਇਹ ਨਹੀਂ ਕਹਾਂਗੀ ਕਿਉਂਕਿ ਪਲੇਟਫਾਰਮ ਇਸ ਤਰ੍ਹਾਂ ਵੇ ਸੋਸ਼ਲ ਮੀਡੀਆ ਵੇ ਅੱਛਾ ਨਹੀਂ ਲੱਗਦਾ, ਬਟ ਸਾਡੇ ਖੁਦ ਜਿਹੜੇ ਆ ਉਹ ਇਸ ਚੀਜ਼ ਨੂੰ ਫੇਸ ਕਰ ਰਹੇ ਹੈ ਔਰ ਉਹ ਆਈ ਥਿੰਕ ਮਹੀਨੇ ਤੋਂ ਵੱਧ ਹੋ ਚੱਲਿਆ ਵਾ, ਕੋਈ ਗਵਰਨਮੈਂਟ ਉਹਨਾਂ ਦੀ ਸੁੱਧ ਨਹੀਂ ਲੈਂਦੀ ਪਈ। ਉਹਨਾਂ ਦੀ ਹੰਗਰ ਸਟ੍ਰਾਈਕਸ ਚੱਲ ਰਹੀਆਂ ਵਾ, ਕੋਈ ਗਵਰਨਮੈਂਟ ਸੁੱਧ ਨਹੀਂ ਲੈ ਰਹੀ। ਤੇ ਕੀ ਸੋਚਦੀ ਪਈ ਫਿਰ ਗਵਰਨਮੈਂਟ ਸਾਡੇ ਬਾਰੇ? ਨਥਿੰਗ। ਹਾਲ ਹੀ ਕੱਲ ਹੀ ਪ੍ਰਧਾਨ ਮੰਤਰੀ ਨੇ ਜਿਹੜਾ ਹਿੰਦੁਸਤਾਨ ਪੰਜਾਬ ਦੌਰੇ ਤੇ ਆਉਣਾ ਸੀਗਾ, ਤਾਂ ਤੁਸੀਂ ਵੀ ਦੇਖਦੇ ਹੋਵੋਗੇ ਖਬਰਾਂ ਕਿ ਉਹ ਜਿਹੜੀ ਰੈਲੀ ਰੱਦ ਹੋ ਗਈ, ਉਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਸਰ ਉਹਦੇ ਵਾਸਤੇ ਸਾਡਾ ਸਿਸਟਮ ਜ਼ਿੰਮੇਦਾਰ ਹੈ, ਨੋ ਡਾਊਟ। ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਦੀ ਵੀ ਗਲਤੀ ਹੈ ਕਿ ਉਹਨਾਂ ਨੇ ਜੋ ਸੋਚਿਆ ਸੀ ਜਾਂ ਇੱਕਦਮ ਉਹਨਾਂ ਨੇ ਆਪਣਾ ਪ੍ਰੋਗਰਾਮ ਚੇਂਜ ਕਰ ਦਿੱਤਾ। ਐਜ਼ ਅ ਹਾਇਰ ਪਾਵਰ ਉਹਨਾਂ ਨੂੰ ਵੀ ਉਹ ਡਿਸੀਜਨ ਇੱਕਦਮ ਨਹੀਂ ਲੈਣਾ ਚਾਹੀਦਾ ਸੀ। ਦੂਸਰੀ ਜੇ ਸੀਐਮ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਕਿਤੇ ਨਾ ਕਿਤੇ ਕਿਉਂਕਿ ਇਸ ਲਈ ਕੁਝ ਚੀਜ਼ਾਂ ਨੂੰ ਪੂਰਾ ਕਰਨ 'ਚ ਫੇਲ ਹੈ ਤੇ ਉਹਨਾਂ ਨੂੰ ਵੀ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ। ਦੋਵਾਂ ਪਾਸੋਂ ਇਹ ਚੀਜ਼ ਜਿਹੜੀ ਹੈ ਉਹ ਜ਼ਿੰਮੇਦਾਰ ਹੈ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। सत श्रीकाल जी, सत श्रीकाल। ਤੇ ਜਦੋਂ ਵੀ ਆਪਾਂ ਸਿਆਸਤ ਦੀ ਗੱਲ ਕਰਦੇ ਆ ਨਾ, ਤਾਂ ਹੁਣ ਕਿਹਾ ਜਾਂਦਾ ਕਿ ਜਿਹੜੀ ਇਸ ਵਕਤ ਆ ਜਿਹੜੀ 2022 ਦੀ ਇਲੈਕਸ਼ਨ ਆ, ਇਹ ਨੌਜਵਾਨੀ ਦੇ ਆਧਾਰ ਤੇ ਆ। ਕਾਫੀ ਨੌਜਵਾਨ ਵੋਟਰ ਨੇ ਜਿਨ੍ਹਾਂ ਨੇ ਆਪਣਾ ਸੀਐਮ ਚੁਣਨਾ ਹੈ, ਤਾਂ ਜਿਹੜੀਆਂ ਸਰਕਾਰਾਂ ਆਪਣੇ ਵਾਅਦੇ ਬਣਾਉਂਦੀਆਂ ਨੇ, ਮੈਨੀਫੈਸਟੋ ਬਣਾਉਂਦੀਆਂ ਨੇ, ਉਹਦੇ ਵਿੱਚ ਨੌਜਵਾਨਾਂ ਨੂੰ ਖਾਸ ਤੌਰ ਤੇ ਮੂਹਰੇ ਰੱਖਦੀਆਂ ਨੇ ਵੀ ਇਹ ਦੇਖੋ ਅਸੀਂ ਨੌਜਵਾਨ ਲਈ ਰੁਜ਼ਗਾਰ ਦੇਣਾ, ਕੰਮ ਦੇਣੇ ਆ, ਉਹ ਬਾਹਰ ਨਾ ਜਾਣ। ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜੀ ਜਿੰਨੇ ਵੀ ਸਿਆਸਤਦਾਨ ਨੇ ਹਿੰਦੁਸਤਾਨ ਦੇ, ਚਾਹੇ ਉਹ ਪੰਜਾਬ ਦੇ ਨੇ, ਹਿਮਾਚਲ ਦੇ ਨੇ, ਹਰਿਆਣੇ ਦੇ ਨੇ, ਕਿੰਨੀ ਕੁ ਸੱਚਾਈ ਹੁੰਦੀ ਹੈ ਉਹਨਾਂ ਦੇ ਵਾਅਦਿਆਂ 'ਚ? इनकी कोई सच्चाई नहीं होती है, बस उसके झूठे मोटे वादे होते हैं कि जब इलेक्शन के टाइम होती है तो कहती है कि चलो ठीक है कि मतलब हम ये करेंगे वो करेंगे, बाकी कोई वादे उनके पूरे नहीं होंगे। और युवा लोगों को तो कुछ ऐसा है ही नहीं, कोई सिचुएशन की मतलब अच्छे से उसको देखभाल करे। और ज़्यादातर अभी देख रहे हैं कि अगर कोई अच्छी कंपनी भी नहीं अच्छे बन रहे हैं वहाँ पे, और जो पहले था वही है ना। तो बंदे ग्रेजुएशन करने के बाद बीए एमए करने के बाद सारे अभी नशे में जा रहे हैं क्योंकि अब है ही नहीं, कोई रोज़गार ही नहीं यहाँ पे यार। तो इलेक्शन में तो सारे झूठे वादे करते हैं कि हम ये करेंगे हम वो करेंगे। ये आज से नहीं, हमेशा से करी जा रही ਸਰਕਾਰੀ ਨੌਕਰੀਆਂ ਦੇਵਾਂਗੇ ਨੌਜਵਾਨਾਂ ਨੂੰ, ਤੇ ਕਿੰਨਾ ਕੁ सब झूठे वादे बाजी और कुछ नहीं है सारे। ਵੋਟਾਂ ਲੈਣ ਨੂੰ ਨੇ? सर वोट लेने के लिए और कुछ नहीं। ਤੇ ਤੁਸੀਂ ਕਦੇ ਇਹ ਵਾਅਦੇ ਲਾਰੇ ਸੁਣ ਕੇ ਵੋਟ ਪਾਈ ਹੈ ਕਿਸੇ ਪਾਰਟੀ ਨੂੰ ਵੀ ਆਹ ਪਾਰਟੀ ਕਹਿ ਰਹੀ ਹੈ ਇਦਾਂ ਕਰੂਗੀ ਤੇ ਉਹਨੇ ਉਦਾਂ ਕੀਤਾ ਹੋਵੇ? हाँ, मैंने कितनी बार पाया है ऐसे करके कि चलो मतलब 2-3-4 बार ऐसे किया है कि हाँ चलो अभी वो बोल रहे हैं तो सच्ची बोलता होगा, पर ऐसा कुछ नहीं है। नहीं हो, मेरे को नहीं लगता कि अब जैसे आम आदमी हो या कांग्रेस हो या बीजेपी हो, बोले सारे अपने अपने रोटियां सेक रहे हैं और कुछ नहीं है। बस मेरे को यहाँ तक लग रहा है कि ਇਹ ਕਹਿੰਦੇ ਸਾਡੇ ਨੌਜਵਾਨ ਜੀ ਇੰਡੀਆ ਛੱਡ ਕੇ ਵਿਦੇਸ਼ਾਂ ਨੂੰ ਜਾ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹੋਗੇ? ये मजबूरी है जाने की पाजी। अगर यहाँ पे अगर सब कुछ अवेलेबल हो तो बाहर जाने का कोई ज़रूरत ही नहीं हो ना। यहाँ कुछ झूठे मोटे यार पॉलिटिक्स ही गंदे हैं और कुछ नहीं। पॉलिटिक्स सबसे गंदे हैं यहाँ आपकी। और युवा के बारे में, अगर युवा को यहाँ सब कुछ मिल जाए तो बाहर जाने का कोई ज़रूरत ही नहीं। ਯੁਵਾ ਪੋਲਿਟਿਕਸ 'ਚ ਆਉਣ, ਇਲੈਕਸ਼ਨ ਲੜਨ ਆ ਕੇ ਯੁਵਾ ਸਾਹਮਣੇ ਆਉਣ। युवा को आने कहाँ दे रहे हैं? उनको युवा को आने दे तब तो वो तो पहले अपने वहाँ पे अगर सीट अगर लेना हो या इलेक्शन के बाद कुछ करते हैं या मतलब हम सब कहते हैं कि चलो हम युवा पीढ़ी हम इलेक्शन लड़ते हैं, हमारे को सीट में कहाँ मिलेंगे फिर? हम तो अब हम पैसा कहाँ से लाएंगे? उसमें तो पैसे मांगते हैं ज़्यादातर कि सीट लेने के लिए भी तो पैसे की खर्च करने पड़ते हैं ना। तो युवा बंदे पैसे कहाँ से लाए बाजी? ਪਹਿਲੀ ਬੇਰੁਜ਼ਗਾਰ ਆ ਗਏ। बेरोजगार है। ਤੇ ਗੱਲ ਹੋਰ, ਹੁਣ ਪਾਰਟੀਆਂ ਆਮ ਜਿਹੜੀਆਂ ਪੰਜਾਬ 'ਚ ਤੁਸੀਂ ਰਹਿ ਰਹੇ ਹੋ, ਆਮ ਆਦਮੀ ਪਾਰਟੀ ਹੋ ਗਈ, ਬੀਜੇਪੀ ਕਾਂਗਰਸ ਹੋ ਗਈ। ਬੀਜੇਪੀ ਕਾਂਗਰਸ ਅਕਾਲੀ ਦਲ ਦਾ ਪੁਰਾਣੇ ਨੇ, ਨਵੀਂ ਹੁਣ ਆ ਰਹੀ ਆਮ ਆਦਮੀ ਪਾਰਟੀ, ਉਹਦੇ ਵੱਲੋਂ ਵੀ ਕਾਫੀ ਜ਼ਿਆਦਾ ਕਿਹਾ ਜਾ ਰਿਹਾ। ਤਾਂ ਕਹਦੀ ਵੀ ਜੇ ਤਿੰਨ ਪਾਰਟੀਆਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਕਿਹੜੀ ਹਜੇ ਥੋੜੀ ਬਹੁਤੀ ਸਹੀ ਲੱਗਦੀ ਹੈ ਵੀ ਹਾਂ ਆਹ ਕੰਮ ਕਰ ਸਕਦੀ ਹੈ? यार पाजी मेरे को तो नहीं लग रहा है कि तीनों में से कि केजरीवाल भी नहीं, मेरे को बेकार लग रहा है वो बंदा। वो सिर्फ झूठे वादे कर रहे हैं और कुछ नहीं है। कांग्रेस की भी मेरे को तीनों में से कोई बेकार, कोई नया कोई आ जाए वो बेटर है। ਚੰਗਾ ਕੌਣ ਹੈ? ਐਡਾ ਮੁਲਕ ਹੈ, ਐਡੇ ਸਿਆਸਤਦਾਨ ਨੇ, ਕੋਈ ਬੰਦਾ ਇੱਕ ਸਾਨੂੰ ਦੱਸ ਦਿਓ ਜਿਹੜਾ ਤੁਹਾਨੂੰ ਲੱਗਦਾ ਵੀ ਯਾਰ ਆਹ ਚੰਗਾ ਹੈ। चंगा नहीं बड़े, मेरे को तो कोई नहीं लग रहा है चंगा, बस सारे ऐसी है। ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ। ਤੇ ਪਹਿਲਾਂ ਤਾਂ ਵੈਲਕਮ ਤੁਹਾਡਾ ਸਾਡੇ ਪ੍ਰੋਗਰਾਮ ਪਬਲਿਕ ਓਪੀਨੀਅਨ ਦੇ ਵਿੱਚ। ਤੇ ਜਿਹਦੀ ਵੋਟ ਹੈ ਉਹਦਾ ਨਾ ਇਲੈਕਸ਼ਨ ਨੂੰ ਲੈ ਕੇ, ਪਾਰਟੀ ਨੂੰ ਲੈ ਕੇ ਆਪਣਾ ਇੱਕ ਓਪੀਨੀਅਨ ਹੁੰਦਾ ਆ। ਤਾਂ ਤੁਸੀਂ, ਤੁਹਾਡੇ ਲਈ ਸਿਆਸਤ ਕੀ ਮਾਇਨੇ ਰੱਖਦੀ ਹੈ, ਰਾਜਨੀਤੀ ਕੀ ਮਾਇਨੇ ਰੱਖਦੀ ਹੈ, ਕਿੰਨੀ ਕੁ ਜ਼ਰੂਰੀ ਹੈ ਇਨਸਾਨ ਦੀ ਜਾਂ ਨਾਗਰਿਕਾਂ ਦੀ ਜ਼ਿੰਦਗੀ ਦੇ ਵਿੱਚ?
ਦੇਖੋ ਜੀ ਇਹ ਤਾਂ ਜ਼ਰੂਰੀ ਤਾਂ ਹੈ ਹੀ ਹੈ ਕਿਉਂਕਿ ਆਲ ਦਾ ਡਿਸੀਜਨ ਜਿਹੜੇ ਵੀ ਲੈਣੇ ਹੈਗੇ ਆ, ਉਹ ਪੋਲਿਟਿਕਸ ਹੀ ਲੈਂਦੀ ਹੈਗੀ ਹੈ। ਜੇ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਨੇ, ਗੱਲਾਂ ਬਾਤਾਂ ਕਰਦੀਆਂ ਨੇ, ਤਾਂ ਉਹਨੂੰ ਲੈ ਕੇ ਤੁਸੀਂ ਕਿੰਨੀਆਂ ਕੁ ਸੱਚੀਆਂ ਮੰਨਦੇ ਹੋ ਪਾਰਟੀਆਂ ਨੂੰ? ਸਰ ਦੇਖੋ ਜਿਹੜੀ ਵੋਟਾਂ ਤੋਂ ਪਹਿਲਾਂ ਜਿਹੜੀ ਜਿੰਨਾ ਵੀ ਵਾਅਦੇ ਕੀਤੇ ਜਾਂਦੇ ਉਹ ਕਦੇ ਵੀ ਪੂਰੇ ਨਹੀਂ ਹੁੰਦੇ ਹੈਗੇ ਆ। ਪੂਰੇ ਤਾਂ ਇਹ ਹੈਗੇ ਜਦੋਂ ਸਰਕਾਰ ਬਣਦੀ ਉਸ ਤੋਂ ਬਾਅਦ ਪਤਾ ਲੱਗਦਾ ਕਿ ਐਕਚੁਅਲ ਵਿੱਚ ਕੀ ਹੈਗਾ ਵੀ ਉਹਦੇ ਵਿੱਚ ਕਿੰਨੀ ਸੱਚਾਈ ਹੈ। ਜਿੰਨੇ ਵੀ ਪੋਲੀਟੀਕਲ ਪਾਰਟੀ ਹੈਗੀਆਂ ਉਹ ਮਤਲਬ ਕਿ ਕਹਿੰਦੇ ਬੇਟੰਗਿਆ ਮਤਲਬ ਬਿਆਨ ਦਿੰਦੀਆਂ ਹੈਗੀਆਂ ਜਿਹਦਾ ਕੋਈ ਸਰ ਪੈਰ ਹੁੰਦਾ ਨਹੀਂ ਹੈਗਾ। ਠੀਕ ਹੈ, ਫਸਟ ਆਫ ਆਲ ਜਿਹੜੇ ਵੀ ਨਾ ਤਾਂ ਉਹ ਸਰਕਾਰੀ ਖਜ਼ਾਨੇ ਤੋਂ ਉਹਨਾਂ ਤੋਂ ਮਤਲਬ ਹੁੰਦਾ ਕਿ ਉਹ ਸਰਕਾਰੀ ਖਜ਼ਾਨੇ ਨਾਲ ਕਿੰਨਾ ਹੈਗਾ ਤੇ ਕਿੰਨਾ ਉਹਨੂੰ ਜਾਏਗਾ। ਠੀਕ ਹੈ ਜੀ, ਇਹ ਸਿਰਫ ਇੱਕ ਵਾਰ ਇੱਕ ਸ਼ੋਸ਼ੇ ਛੱਡ ਦਿੱਤੇ ਜਾਂਦੇ ਹੈਗੇ ਨੇ ਜਿਹਦੇ ਨਾਲ ਕਿ ਵੀ ਪਬਲਿਕ ਅਟਰੈਕਟ ਹੋਏ ਤੇ ਵੋਟ ਦੇਵੇ। ਔਰ ਜਦੋਂ ਕਦੇ ਸਰਕਾਰ ਬਣ ਜਾਂਦੀ ਹੈਗੀ ਹੈ ਤਾਂ ਉਦੋਂ ਪਬਲਿਕ ਨਾਲ ਕੋਈ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੁੰਦਾ ਹੈਗਾ। ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਆਉਂਦੇ ਨੇ ਪਰ ਰੈਲੀ ਉਹਨਾਂ ਦੀ ਰੱਦ ਹੋ ਜਾਂਦੀ ਹੈ, ਇਹਦੇ ਲਈ ਤੁਸੀਂ ਕੀ ਜ਼ਿੰਮੇਵਾਰ ਮੰਨਦੇ ਹੋ? ਦੇਖੋ ਇਸ ਦੇ ਬਾਰੇ ਜ਼ਿਆਦਾ ਸਾਨੂੰ ਤਾਂ ਪਤਾ ਨਹੀਂ ਹੈਗਾ ਕਿ ਕੀ ਸਿਕਿਉਰਿਟੀ ਬ੍ਰੀਚ ਹੈ ਕਿ ਕੀ ਹੈ, ਕਿਵੇਂ ਇਹ ਹੋ ਗਿਆ। ਬਟ ਜੇ ਵੀ ਹੋਇਆ ਉਹ ਗਲਤ ਹੋਇਆ। ਦੇਸ਼ ਦੇ ਪ੍ਰਧਾਨ ਮੰਤਰੀ ਉਹ ਸਾਰਿਆਂ ਦੇ ਪ੍ਰਧਾਨ ਮੰਤਰੀ ਅਗਰ ਉਹ ਪੰਜਾਬ ਲਈ ਆ ਰਹੇ ਸੀ, ਉਹ ਕੁਝ ਡਿਵੈਲਪਮੈਂਟ ਦੇ ਕੁਝ ਲੈ ਕੇ ਆ ਰਹੇ ਸੀ ਉਨਕੇ ਪ੍ਰੋਜੈਕਟਸ ਵਗੈਰਾ, ਤਾਂ ਉਹਨਾਂ ਨੂੰ ਸੁਣਨਾ ਚਾਹੀਦਾ ਸੀਗਾ। ਪੰਜਾਬ ਦੇ ਸਰਕਾਰ ਦੇ ਭਲੇ ਲਈ, ਪੰਜਾਬ ਦੇ ਆਮ ਜਨਤਾ ਲਈ ਕੁਝ ਅੱਛਾ ਹੁੰਦਾ ਤਾਂ ਮੈਂ ਤਾਂ ਉਹੀ ਚਾਹੁੰਦਾ ਵੀ ਆਉਂਦੇ ਤਾਂ ਸ਼ਾਇਦ ਕੁਝ ਉਹ ਦੇ ਕੇ ਜਾਂਦੇ। ਜਿਵੇਂ ਹੁਣ ਹਿਮਾਚਲ ਵੀ ਗਏ ਸੀਗੇ ਤਾਂ ਉਹਨਾਂ ਨੇ ਕੁਝ ਨਈ ਪ੍ਰਯੋਜਨਾ ਸ਼ੁਰੂ ਕੀਤੀ, ਸ਼ਾਇਦ ਪੰਜਾਬ 'ਚ ਵੀ ਕਰਦੇ। ਤੁਹਾਨੂੰ ਇਹ ਲੱਗਦਾ ਵੀ ਚਲੋ ਜੇ ਰੈਲੀ ਨਹੀਂ ਹੋਈ ਹੈ ਨਾ, ਮੰਨ ਲਓ ਚਲੋ ਕਿਸੇ ਵਜ੍ਹਾ ਕਰਕੇ ਨਹੀਂ ਹੋਈ, ਪਰ ਜਿਹੜੀ ਚੀਜ਼ ਜੇ ਸੂਬੇ ਲਈ ਲਿਆਂਦੀ ਗਈ ਆ ਉਹ ਸਿਰਫ ਰੈਲੀ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਕਿ ਲੋਕਾਂ ਦੇ ਲਈ ਨਹੀਂ ਹੈਗੀ ਉਹ? ਲੋਕਾਂ ਦੇਖੋ ਐਟ ਲਾਸਟ ਤੱਕ क्या है, आम जनता की चाहती डेवलपमेंट। मेरे लिए क्या सरकार क्या है, मेरे वास्ते तो यही है कि जो भी चुना जाए वो डेवलपमेंट करे, मेरे एरिए की मैनू ईज़ ऑफ लिविंग मिले। मैं कुछ भी काम करा ठीक है, मैं 2 मिनट मेरा काम हो जाए, वो नहीं लंबी लंबी लाइन में मैनू खड़ा होना पे फिर मैं दिन में भी तोड़ा, तो वो नहीं। मैनू तो होंदा कि ईज़ ऑफ लिविंग होनी चाहिए हर बंदे की, सहूलत होनी चाहिए, ऐसे चीज़ां बनाई जान पे आम जनता नूं उसदे फायदे होण। ਤੇ ਜਿਹੜੀਆਂ ਵੀ ਹੁਣ ਸਿਆਸਤ ਵਿੱਚ ਪਾਰਟੀਆਂ ਦੇ ਵਿੱਚ ਤੁਹਾਨੂੰ ਕਿਹੜੀ ਲੱਗਦਾ ਪਾਰਟੀ ਵੀ ਲੋਕਾਂ ਦੀ ਗੱਲ ਸੁਣਦੀ ਆ, ਲੋਕਾਂ ਦੇ ਮਸਲੇ ਹੱਲ ਕਰ ਸਕਦੀ ਹੈ? ਇਹ ਤਾਂ ਬੜਾ ਕਠਿਨ ਸਵਾਲ ਤੁਸੀਂ ਪੁੱਛ ਲਿਆ ਮੇਰੇ ਤੋਂ। ਇਸ ਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੈਂ ਬੋਲਦੀਆਂ ਸਾਰੀਆਂ ਪਾਰਟੀਆਂ ਬਹੁਤ ਕੁਛ ਇਹਨੂੰ ਕਰਦੀਆਂ, ਬਿਲਕੁਲ ਰਿਤਿਕ ਵੀ ਨਹੀਂ ਕਰਦੀਆਂ ਕੁਛ। ਕਈ ਵਾਰ ਹੁੰਦਾ ਨਾ ਵੀ ਚਲੋ ਅਸੀਂ ਫਿਰ ਕੈਮਰੇ ਤੇ ਨਹੀਂ ਕਹਿਣਾ, ਹੁਣ ਤਾਂ ਸੁੱਖ ਨਾਲ ਆਪਾਂ ਮਾਸਕ ਪਾਏ ਹੋਏ ਆ, ਆਪਣਾ ਚਿਹਰਾ ਲੁਕ ਜੂਗਾ। ਨਹੀਂ ਮੈਂ ਪਹਿਲੇ ਤੁਹਾਨੂੰ ਕਲੀਅਰ ਕਰਤਾ ਕਿ ਪੋਲਿਟਿਕਸ 'ਚ ਮੇਰਾ ਇਤਨਾ ਜ਼ਿਆਦਾ ਇੰਟਰਸਟ ਨਹੀਂ ਹੈ। ਬਸ ਮੈਂ ਇਹ ਦੇਖਦਾ ਵੀ ਕਿਤਨੀ ਸਾਰੀ ਡਿਵੈਲਪਮੈਂਟ ਹੋਈ ਹੈ। ਇੱਕ ਕੋਈ ਜਿਵੇਂ ਆਪਾਂ ਨੂੰ ਹੁੰਦਾ ਨਾ ਵੀ ਫਲਾਣਾ ਐਕਟਰ ਸਾਡਾ ਫੇਮਸ ਆ ਨਾ, ਫਲਾਣਾ ਖਿਡਾਰੀ ਸਾਡਾ ਪਸੰਦੀਦਾ ਹੈਗਾ ਆ, ਤਾਂ ਐਦਾਂ ਕੋਈ ਸਿਆਸਤ 'ਚ ਕੋਈ ਅਜਿਹਾ ਨਾਂ ਤੁਹਾਨੂੰ ਲੱਗਦਾ ਜਿਹੜਾ ਤੁਸੀਂ ਕਹਿ ਸਕੋ ਵੀ ਹਾਂ ਆਹ ਮੇਰਾ ਪਸੰਦ ਦਾ ਰਾਜਨੀਤਿਕ ਆਗੂ ਆ, ਇਹਨੇ ਵਧੀਆ ਕੰਮ ਕੀਤਾ? ਫਿਲਹਾਲ ਤਾਂ ਮੈਨੂੰ ਕੋਈ ਨਹੀਂ ਲੱਗ ਰਿਹਾ, ਕਿਉਂਕਿ ਫਿਊਚਰ 'ਚ ਕੋਈ ਕੰਮ ਕਰੂਗਾ ਵਧੀਆ ਤਾਂ ਫਿਰ ਦੇਖਾਂਗੇ ਕਿ ਹਾਲੇ ਤਾਂ ਫਿਲਹਾਲ ਮੈਨੂੰ ਤਾਂ ਕੋਈ ਲੱਗਦਾ ਨਹੀਂ ਹੈ। ਤਾਂ ਸਵਾਗਤ ਕਰਾਂ ਤੁਹਾਡਾ ਸਾਡੇ ਪ੍ਰੋਗਰਾਮ ਪਬਲਿਕ ਓਪੀਨੀਅਨ ਦੇ ਵਿੱਚ। ਤੇ ਅੱਜ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਨਾ ਜਿਹੜੇ ਸਿਆਸੀ ਆਗੂ ਨੇ ਉਹ ਔਰਤਾਂ ਨੂੰ ਲੈ ਕੇ, ਲੜਕੀਆਂ ਨੂੰ ਲੈ ਕੇ ਵੱਡੇ ਵੱਡੇ ਬਿਆਨ ਦੇ ਰਹੇ ਨੇ ਕਿ ਅਸੀਂ ਜੀ 1000 ਰੁਪਏ ਦੇਵਾਂਗੇ, ਕੋਈ ਕਹਿੰਦਾ ਅਸੀਂ 2000 ਰੁਪਏ ਦੇਵਾਂਗੇ, ਤੇ ਕੋਈ ਕਹਿੰਦਾ ਅਸੀਂ 8 ਸਿਲੰਡਰ ਮੁਫਤ ਦੇਵਾਂਗੇ, ਪੰਜਵੀਂ ਵਾਲੀ ਨੂੰ 5000, ਇੱਦਾਂ ਕਰਕੇ ਕਾਫੀ ਜ਼ਿਆਦਾ ਨਹੀਂ ਕਿ ਪੈਸੇ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਤੇ ਇਹ ਜੋ ਸਿਆਸੀ ਆਗੂਆਂ ਦੇ ਵੱਲੋਂ ਇਸ ਤਰੀਕੇ ਦੇ ਵਾਅਦੇ ਕੀਤੇ ਜਾਂਦੇ ਨੇ ਔਰਤਾਂ ਨੂੰ ਲੈ ਕੇ, ਲੜਕੀਆਂ ਨੂੰ ਲੈ ਕੇ, ਇਹਦੇ ਬਾਰੇ ਤੁਸੀਂ ਕੀ ਸੋਚ ਰੱਖਦੇ ਹੋ? ਜਿੱਥੇ ਤੱਕ ਮੈਨੂੰ ਇੱਦਾਂ ਲੱਗਦਾ ਹੈ ਕਿ ਇਹ ਸਭ ਫੈਸਿਲਿਟੀ ਦੇਣੀ ਠੀਕ ਨਹੀਂ ਹੈ ਕਿਉਂਕਿ ਫ੍ਰੀ 'ਚ ਕੁਝ ਵੀ ਨਹੀਂ ਹੁੰਦਾ, ਉਹ ਘੁੰਮਾ ਕੇ ਸਾਡੇ ਕੋਲੋਂ ਹੀ ਲਿਆ ਜਾਂਦਾ ਹੈ। ਠੀਕ ਹੈ, ਔਰ ਸ਼ਾਰਟ ਟਰਮ ਲਈ ਸਾਨੂੰ ਫ੍ਰੀ 'ਚ ਕਹਿ ਤਾਂ ਦਿੰਦੇ ਆ ਕਿ ਬੱਸ ਦਾ ਕਿਰਾਇਆ ਮੁਫਤ, ਸਿਲੰਡਰ ਫ੍ਰੀ, ਔਰ ਲੈਣਾ ਸਾਡੇ ਕੋਲੋਂ ਹੀ ਹੁੰਦਾ, ਪਬਲਿਕ ਕੋਲੋਂ ਹੀ ਹੁੰਦਾ। ਤੇ ਔਰ ਐਦਾਂ ਦੇ ਕੇ ਬੈਨੀਫਿਟਸ ਲੋਕਾਂ ਨੂੰ ਇਹ ਦੱਸਿਆ ਜਾਂਦਾ, ਮਤਲਬ ਆਪਣੇ ਲਈ ਤਿਆਰ ਕੀਤਾ ਜਾਂਦਾ ਹੈ ਕਿ ਸਾਨੂੰ ਹੀ ਵੋਟ ਕਰੋ, ਔਰ ਬਾਅਦ 'ਚ ਫਿਰ ਇਹੀ ਮਹਿੰਗਾਈ ਬਣਦੀ ਹੈ, ਇਹੀ ਮਹਿੰਗਾਈ ਦਾ ਰੀਜ਼ਨ ਬਣਦਾ ਹੈ। ਮੈਨੂੰ ਲੱਗਦਾ ਕਿ ਇਹਦਾ ਕੋਈ ਖਾਸ ਬੈਨੀਫਿਟ ਹੈ ਨਹੀਂ ਹੈ। ਤੁਸੀਂ ਪੰਜਾਬ ਤੋਂ ਹੀ ਹੋ ਤੇ ਬੱਸ ਦੇ ਵਿੱਚ ਤੁਸੀਂ ਟਰੈਵਲ ਮਾੜਾ ਮੋਟਾ ਕਰਦੇ ਰਹਿੰਦੇ ਹੋਵੋਗੇ, ਤਾਂ ਜਿਹੜੀ ਉਹ ਮੁਫਤ ਸਹੂਲਤ ਹੈ ਫਿਰ ਉਹ ਤੁਸੀਂ ਆਨੰਦ ਮਾਣ ਰਹੇ ਹੋ ਉਹਦਾ? ਮੈਂ ਸੱਚੀ ਦੱਸਾਂ ਅੱਜ ਤੱਕ 2 ਹੀ ਵਾਰ ਮੁਫਤ ਸਹੂਲਤ ਦਾ ਆਨੰਦ ਮਾਣਿਆ। ਮੈਂ ਖੁਦ ਪੈਸੇ ਦੇਣ 'ਚ ਹੀ ਵਿਲਿੰਗ ਹੈ ਕਿ ਪੈਸੇ ਲੈ ਲਓ, ਮੈਂ ਵਰਕਿੰਗ ਗਰਲ ਹੈ, ਮੈਂ ਜੌਬ ਕਰਦੀ ਹਾਂ ਤੇ ਤੁਸੀਂ ਕੋਈ ਗੱਲ ਨਹੀਂ ਮੈਂ ਦੇ ਸਕਦੀ ਹਾਂ। ਜਿਹੜੇ ਨਹੀਂ ਦੇ ਸਕਦੇ, ਏਜਡ ਨੇ ਬੀਬੀਆਂ, ਉਹ ਕੋਈ ਗੱਲ ਨਹੀਂ, ਉਹ ਚੱਕ ਲੈਣ ਇਸ ਸੇਵਾ ਦਾ ਆਨੰਦ। ਸਰਕਲ ਹੁੰਦਾ ਤੁਹਾਡੇ, ਆਪਾਂ ਹਮ ਉਮਰਾਂ ਦੇ ਨਾਲ ਤੁਹਾਡੀਆਂ ਫਰੈਂਡਸ ਵੀ ਹੋਣਗੀਆਂ, ਤਾਂ ਕਦੇ ਆਪਸ ਦੇ ਵਿੱਚ ਸਿਆਸਤ ਨੂੰ ਲੈ ਕੇ ਜਾਂ ਰਾਜਨੀਤੀ ਨੂੰ ਲੈ ਕੇ, ਸਰਕਾਰਾਂ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ? ਕਿੰਨੀ ਕੁ ਇੰਪੋਰਟੈਂਟ ਹੈਗੀ ਹੈ ਇਹ, ਤੇ ਪਰ ਯੂਥ ਇਹਦੇ ਬਾਰੇ ਗੱਲ ਨਹੀਂ ਕਰਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਵੀ ਇੰਟਰਸਟ ਕਿਉਂ ਨਹੀਂ ਦਿਖਾ ਰਹੇ ਲੋਕ?
ਇਹ ਬਹੁਤ ਇੰਪੋਰਟੈਂਟ ਹੈ ਇਸ ਦੀ ਡਿਸਕਸ਼ਨ, ਬਟ ਮੋਸਟਲੀ ਤੁਹਾਨੂੰ ਸੱਚ ਗੱਲ ਦੱਸਾਂ, ਟਰੂਥ ਹੈ ਇਹ, ਕੋਈ ਵੀ ਇਹਦੀ ਗੱਲ ਨਹੀਂ ਕਰਦਾ, ਕਿਉਂਕਿ ਕੋਈ ਕਿਸੇ ਪਾਰਟੀ ਦਾ ਸਾਥ ਦਿੰਦਾ ਹੈ, ਕੋਈ ਕਿਸੇ ਦਾ ਦਿੰਦਾ ਹੈ, ਤੇ ਉਹਦੇ ਨਾਲ ਸਾਡੇ ਆਪਸ ਦੇ ਰਿਲੇਸ਼ਨਸ਼ਿਪ ਖਰਾਬ ਹੋਣ ਨਾਲੋਂ ਬੈਟਰ ਹੈ ਸ਼ਾਂਤ ਹੋ ਕੇ ਬੈਠ ਜਾਂਦੇ, ਔਰ ਜਿਸ ਦਿਨ ਵੋਟਿੰਗ ਹੁੰਦੀ ਹੈ ਆਪਣੇ ਆਪਣੇ ਪਾ ਜਾਂਦੇ ਆ ਜਿਸ ਨੂੰ ਵੀ ਵੋਟ ਕਰਨਾ ਹੁੰਦਾ ਹੈ, ਤੇ ਇਹਦੀ ਕੋਈ ਖਾਸ ਡਿਸਕਸ਼ਨ ਕਰਦਾ ਵੀ ਨਹੀਂ ਹੈ ਕੋਈ। ਜਦ ਅਸੀਂ ਫੇਸਬੁੱਕ ਸਕਰੋਲਿੰਗ ਜਾਂ YouTube ਤੇ ਆਪਾਂ ਦੇਖਦੇ ਹੀ ਆ ਨਾ, ਤਾਂ ਕਾਫੀ ਪਾਰਟੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਹੋਣੀ ਚਾਹੀਦੀ ਹੈ ਵੀ ਇਹ ਮਾੜਾ ਮੋਟਾ ਸੁਧਾਰ ਕਰ ਸਕਦੀ ਹੈ ਨੌਜਵਾਨਾਂ ਬਾਰੇ ਜਾਂ ਲੋਕਾਂ ਬਾਰੇ ਸੋਚ ਸਕਦੀ ਹੈ? ਕੀ ਓਪੀਨੀਅਨ ਹੈ? ਦੇਖੋ, ਮੈਂ ਇਸ ਚੀਜ਼ ਬਾਰੇ ਕੁਝ ਨਹੀਂ ਕਹਿ ਸਕਦੀ। ਮੈਂ ਵੋਟ ਤੁਹਾਡੀ ਬਣੀ ਹੋਈ ਹੈ, ਵੋਟ ਤੁਸੀਂ ਪਾਉਣਾ ਹੀ ਹੈ ਜਾ ਕੇ ਉੱਥੇ ਬਟਨ ਦਬਾ, ਫਿਰ ਵੀ ਇੱਕ ਓਵਰਆਲ ਆਪਾਂ ਕਹਿ ਦਈਏ ਵੀ ਹਾਂ ਪਾਰਟੀ ਜਿਵੇਂ 3 ਹੁੰਦੀਆਂ ਨਾ ਆਪਸ਼ਨ, ਵੀ ਆਹ ਥੋੜਾ ਬਹੁਤਾ ਕੁਝ ਕਰਦੀ ਲੱਗਦੀ ਆ। ਮੈਨੂੰ ਇਦਾਂ ਲੱਗਦਾ ਹੈ ਕਿ ਜਿੱਦਾਂ ਹੁਣ ਸਾਰਿਆਂ ਨੂੰ ਟਰਾਈ ਕਰ ਚੁੱਕੇ ਆ, ਹੈ ਨਾ, ਤਾਂ ਕਦੇ ਉਹਨੂੰ ਵੀ ਮੌਕਾ ਦੇਣਾ ਚਾਹੀਦਾ ਜਿਹਨੂੰ ਨਹੀਂ ਕਦੇ ਟਰਾਈ ਕਰਿਆ। ਤਾਂ ਮੈਂ ਇਹ ਕਿਸੇ ਦਾ ਨਾਮ ਨਹੀਂ ਲਵਾਂਗੀ ਪਰਟੀਕੁਲਰਲੀ, ਬਟ ਐਦਾਂ ਹੈ ਕਿ ਮੌਕਾ ਸਭ ਨੂੰ ਮਿਲਣਾ ਚਾਹੀਦਾ ਹੈ, ਠੀਕ ਹੈ। ਬਾਕੀ ਦੇਖਦੇ ਹਾਂ ਕਿ ਮੈਂ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਛਾ, ਸਿਆਸਤ ਨੂੰ ਲੈ ਕੇ, ਵੋਟਾਂ ਨੂੰ ਲੈ ਕੇ ਤੁਸੀਂ ਕੀ ਵਿਚਾਰ ਰੱਖਦੇ ਹੋ? मैं कोई खास नहीं रखती इसके बारे में, क्योंकि ये वो चीज़ है जिसके बारे में हम चाह के भी कुछ चेंज नहीं कर सकते। ਨਹੀਂ, ਇਹ ਜਵਾਬ ਨਾ ਤੁਹਾਡਾ ਕੱਲਿਆਂ ਦਾ ਨਹੀਂ। ਜੇ ਆਪਾਂ 100 ਯੂਥ ਨੂੰ ਪੁੱਛ ਲਈਏ ਨਾ ਤਾਂ ਲੱਗਦਾ 85 ਜਣਾਂ ਦੇ ਹੀ ਜਵਾਬ ਹੋਊਗਾ। ਪਰ ਕੀ ਜਦੋਂ ਆਪਾਂ ਐਲੀਗੇਸ਼ਨ ਲਾਉਂਦੇ ਆ ਵੀ ਦੇਖੋ ਸਾਡਾ ਮੁਲਕ ਇਹੋ ਜਿਹਾ ਹੋ ਗਿਆ, ਕਰਪਟ ਹੋ ਗਿਆ, ਲੀਡਰ ਕਰਪਟ ਨੇ, ਪਰ ਵੋਟ ਤਾਂ ਤੁਸੀਂ ਪਾਉਣੀ ਆ। ਇੱਕ ਕਹਿੰਦੇ ਇੱਕ ਇੱਕ ਬੂੰਦ ਨਾਲ ਸਾਗਰ ਭਰਦਾ, ਤੇ ਇੱਕ ਇੱਕ ਵੋਟ ਨਾਲ ਮਿਨਿਸਟਰ ਚੁਣਿਆ ਜਾਣਾ। ਤਾਂ ਤੁਸੀਂ ਵੋਟ ਨਹੀਂ ਪਾਉਂਦੇ? मैं नहीं पाती वोट। ਤੁਸੀਂ ਤਾਂ ਵੱਡੇ ਦੋਸ਼ੀ ਹੋ ਜੀ ਤੁਸੀਂ ਬਣਾਉਣ ਦੇ ਵਿੱਚ ਇਹਨਾਂ ਨੂੰ। उस चीज़ का क्या फ़ायदा जहाँ से करप्शन गवर्नमेंट की ओर से, तो हमारी तरफ से भी हम काम करवाने के जाते तो हम बोलते कुछ ले दे के काम कर दो हमारा, वेटिंग में नहीं लगते हम, तो करप्शन तो हम ही स्टार्ट कर रहे हैं। और किसी को भी आप नया चांस दे के देख लो, पुराने वालों को ले आओ, सब एक ही है, सबका बैकग्राउंड में सब एक साथ बैठ के खाते हैं, हमारे सामने डिफरेंट है, तो क्या फ़ायदा फिर। ਆਪਾਂ ਇੰਨੇ ਅੱਕ ਗਏ ਆ ਪਿਛਲੇ ਸਿਸਟਮ ਤੋਂ, ਤਾਂ ਆਪਾਂ ਨੇ ਕਿਹਾ ਵੀ ਬਾਈਕਾਟ ਕਰ ਦਿਓ। हाँ, बाइकआउट कर दो किसी ने। ਜਦੋਂ ਤੁਹਾਡੇ ਬਾਈਕਾਟ ਦੇ ਨਾਲ ਕਰਪਸ਼ਨ ਹੋਰ ਵੱਧਦੀ ਆ ਤਾਂ ਕਿਤੇ ਕਿਤੇ ਲੱਗਦਾ ਨਹੀਂ ਵੀ ਆਪਾਂ ਜ਼ਿੰਮੇਵਾਰ ਹਾਂ? करप्शन तो वैसे ही बढ़ रही है, घटेगी तो वैसे भी नहीं, तो फिर क्या फ़ायदा। ਤੁਹਾਡੇ ਕੀ ਓਪੀਨੀਅਨ ਹੈ ਇਸ ਚੀਜ਼ ਨੂੰ ਲੈ ਕੇ? पॉलिटिक्स के लिए तो मेरे है ही नहीं, मतलब मैं बिलीव ही नहीं करती, सीधी सी बात है। पॉलिटिशियंस को तो वैसे भी सपोर्ट नहीं करती मैं, चाहे कोई भी हो, आपकी कौन कितनी पार्टीज़ हैं, सबको मौका दिया। ऐसा कभी ऐसा नहीं हुआ होगा कहीं भी, मतलब कि कोई पार्टी नहीं होगी यहाँ पे ये है, मतलब यहाँ पे बीजेपी है, कांग्रेस है, तो कोई ना कोई हर एक जगह पे होती है, तो कहीं पे भी कोई खास फ़र्क पड़ा नहीं है। तो ਪਾਰਟੀ ਵਾਲੇ ਆਗੂ ਤਾਂ ਕਹਿੰਦੇ ਨੇ ਅਸੀਂ ਜਿਹੜੀਆਂ ਪਾਲਿਸੀਆਂ ਲੈ ਕੇ ਆ ਰਹੇ ਹਾਂ, ਅਸੀਂ ਜੋ ਕੰਮ ਕਰ ਰਹੇ ਹਾਂ ਇਹ ਨੌਜਵਾਨਾਂ ਦੇ ਲਈ ਕਰ ਰਹੇ ਹਾਂ, ਤਾਂ ਕਿੰਨੀ ਕੁ ਸੱਚਾਈ ਲੱਗਦੀ ਹੈ ਉਹਨਾਂ ਦੀਆਂ ਗੱਲਾਂ 'ਚ? उनकी सच्चाई तब तक होती है ना जब तक वोट नहीं आया, वोट आ गया फिर उनकी सच्चाई भी बदल जाती है उनकी तरह, तो फ़र्क ही नहीं पड़ता। वो बोलते कुछ हैं पर बोलते ऐसे हैं कि मतलब वो मीनिंग ही ना कुछ अलग होता है। जैसे कि बोलते हैं ना हम ये मत करो, पर वो बोल रहे हैं मतलब साइलेंस में कर देते हैं कि हाँ यही करना है हमने, बस ये है, पानी दे देंगे, ये दे देंगे। पानी को कहाँ से तुम फ्री में थोड़ी ना ला रहे हो, उसके लिए तुम क्या करोगे? आज तुम पानी दे रहे हो या बिजली फ्री कर रहे हो, कल को तुमने क्या करना है वही ना। आज तुम्हारा हो गया ये वोट हो गया, जीत गए तुम, आ गए 2-4 साल हो गए, उसके बाद तुमने वो बिल मतलब ऐसे फाड़ने हैं जैसे मतलब हवा अभी बिजली का बिल आने लगा है, पहले तो आता ही नहीं था। तो वैसी चीज़ें मुझे बिल्कुल भी पसंद। नौजवान है जो वो अक्या पिया सियासतदानों तो है सीधी, हाँ, तो ऑब्वियस सी बात है। अब वो बोलते कुछ हैं और 5 साल हो जाते हैं फिर कहते हैं हमें मौका ही नहीं मिला इस चीज़ के लिए, हम तो उसी में रह गए। भाई उसमें कहाँ रह गए तुम? अब ऐसे फालतू की चीज़ें करते हैं, वो बहुत सारी ऐसी चीज़ें होती है जो ज़रूरत ही नहीं होती। अब फ्री करने में, जैसे आपने बोला ही था कि बस से इसके किराए फ्री करने में कौन है, मतलब 25,000 सैलरी ले रहा है बंदा, वो 10 रुपये किराया नहीं दे सकता आपके 10 किलोमीटर का? उसको क्या ज़रूरत है? अब जो अमीर है वो पैसे ले लेके बस वो भरा पड़ा है, उसकी अमीरी अमीर होता जाता है। गरीब है उसको बेचारे को अगर 10 रुपये का कॉलगेट खरीदना हो उसमें 2 रुपये टैक्स दे दो। ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰ ਕੱਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੀ ਵੱਡੀ ਰੈਲੀ ਸੀ, ਉਹਨੂੰ ਲੈ ਕੇ ਹੁਣ ਮੀਡੀਆ ਤੇ ਪੂਰਾ ਕਹਿ ਦਈਏ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸਿਆਸੀ ਬਿਆਨਬਾਜ਼ੀ। ਤੇ ਤੁਹਾਡਾ ਕੀ ਓਪੀਨੀਅਨ ਹੈ ਕਿ ਜੋ ਕੱਲ ਇਹ ਹੋਇਆ ਪ੍ਰਧਾਨ ਮੰਤਰੀ ਦੀ ਰੈਲੀ ਹੈ ਜਿਹੜੀ ਉਹ ਰੱਦ ਹੋਈ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈਗਾ? ਪ੍ਰਾਈਮ ਮਿਨਿਸਟਰ ਖੁਦ ਜ਼ਿੰਮੇਵਾਰ ਹੈ ਇਹਦੇ 'ਚ। ਕਿਉਂ? ਪ੍ਰਾਈਮ ਮਿਨਿਸਟਰ ਦੀ ਇੰਨੀ ਪਾਵਰ ਹੁੰਦੀ ਹੈ ਕਿ ਉਹ ਜਿੱਧਰੋਂ ਮਰਜ਼ੀ ਜਾ ਸਕਦਾ, ਜਿੱਧਰੋਂ ਮਰਜ਼ੀ ਆ ਸਕਦਾ, ਜਿੱਧਰੋਂ ਮਰਜ਼ੀ ਰੂਟ ਚੇਂਜ ਕਰਾ ਸਕਦਾ। ਇਹ ਜਿਹੜੀ ਲੋਕਲ ਅਥਾਰਟੀਜ਼ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਇੱਧਰ ਰੂਟ ਗੜਬੜ ਹੈ, ਤੇ ਇਹ ਤਾਂ ਹਲੇ 2-3 ਘੰਟੇ ਦੀ ਗੱਲ ਕਹਿੰਦਾ 4 ਦਿਨ ਪਹਿਲਾਂ ਰੂਟ ਬੰਦ ਕਰ ਦਿੱਤਾ ਜਾਂਦਾ, 3 ਦਿਨ ਪਹਿਲਾਂ ਜਾਂ 4 ਦਿਨ ਪਹਿਲਾਂ ਆਮ ਬੰਦ ਹੋ ਜਾਂਦਾ। ਉਸ ਸੜਕ ਦੇ ਉੱਤੇ ਨੋ ਬੋਡੀ ਵਾਜ਼ ਅਲਾਊਡ ਟੂ ਮੂਵ ਔਨ ਦੈਟ ਰੂਟ।
ਤੇ ਜੇ ਇੱਕ ਆਲਟਰਨੇਟਿਵ ਇੱਕ ਰਸਤੇ ਪਤਾ ਲੱਗ ਗਿਆ ਵੀ ਬੰਦ ਹੋ ਗਿਆ ਜਾਂ ਗੜਬੜ ਹੋ ਗਈ, ਕੋਈ ਐਕਸੀਡੈਂਟ ਹੋ ਗਿਆ, ਦੈਨ ਆਲਟਰਨੇਟਿਵ ਆਲਰੇਡੀ ਪਲਾਨ ਹੁੰਦਾ ਵੀ ਇਸ ਰੂਟ ਨਹੀਂ ਤਾਂ ਨੈਕਸਟ ਰੂਟ ਤੇ ਚਲਾਇਆ ਜਾਊਗਾ। ਪਰ ਇੱਥੇ ਇਹੋ ਜਿਹੀ ਕੋਈ ਗੱਲ ਹੈ ਹੀ ਨਹੀਂ ਸੀ। ਇੱਥੇ ਮੇਨ ਮੁੱਦਾ ਇਹੀ ਹੈ ਕਿ ਜਿਹੜੇ ਬੰਦਾ ਸੀ, ਇਹਨਾਂ ਨੂੰ ਉਮੀਦ ਸੀ ਵੀ 60-70 ਹਜ਼ਾਰ ਬੰਦਾ ਇਕੱਠਾ ਕਰਨਾ ਉੱਥੇ ਕਿਸਾਨਾਂ ਵੱਲੋਂ ਜਾਂ ਹੋਰਾਂ ਪਬਲਿਕ ਵੱਲੋਂ, ਉਹ ਇਹਨਾਂ ਨੂੰ ਬੰਦਾ ਕੋਈ ਨਹੀਂ ਮਿਲਿਆ ਉੱਥੇ। ਉੱਥੇ ਬੰਦਾ 700 ਵੀ ਨਹੀਂ ਇਕੱਠਾ ਹੋ ਸਕਿਆ ਇਹਨਾਂ ਕੋਲੋਂ, ਕਿਉਂਕਿ ਮੈਂ ਪਰਸਨਲ ਵੈਨਿਊ ਮੈਂ ਦੇਖਿਆ ਹੋਇਆ ਉੱਥੇ। ਆਲਰੇਡੀ ਇੱਥੇ ਪ੍ਰਾਈਮ ਮਿਨਿਸਟਰ ਆ ਚੁੱਕਾ ਉਹਦੇ ਹੁਸੈਨੀ ਵਾਲਾ, ਤੇ ਮੈਂ ਉੱਥੇ ਆਲਰੇਡੀ ਡਿਊਟੀ ਵੀ ਕਰ ਚੁੱਕਿਆ ਹੋਇਆ ਪ੍ਰਾਈਮ ਮਿਨਿਸਟਰ ਦੀ। ਉਸ ਏਰੀਆ ਦਾ ਬੰਦਾ ਪਰ ਨਹੀਂ ਉਹਦਾ ਕਹਿੰਦੇ ਪਰਿੰਦਾ ਪਰ ਨਹੀਂ ਮਾਰ ਸਕਦਾ ਉਸ ਸਾਈਡ 'ਤੇ। ਤੁਹਾਨੂੰ ਤਾਂ ਸਿੰਘ ਸਾਹਿਬ ਜ਼ਿਆਦਾ ਪਤਾ, ਮਹਿਕਮੇ 'ਚ ਤੁਸੀਂ ਰਹੇ ਹੋ। ਇੱਕ ਗੱਲ ਹੋਰ, ਹੁਣ ਅੱਜ ਇਹ ਆ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਮਿਲ ਰਹੇ ਨੇ, ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ 'ਚ ਸੁਰੱਖਿਅਤ ਮਾਹੌਲ ਨਹੀਂ, ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ। ਇਹ ਜੋ ਇੱਦਾਂ ਹੋ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹੋਗੇ ਜੇ ਸੱਚਾਈ ਹੋਵੇ ਇਹ 'ਚ? ਕੋਈ ਸੁਰੱਖਿਅਤ ਵਾਲੀ ਗੱਲ ਨਹੀਂ ਹੈ, ਬਿਲਕੁਲ ਸੁਰੱਖਿਆ, ਸਾਰੇ ਪੀਸਫੁਲ ਲੋਕੀ ਆ ਰਹੇ ਆ ਜਾ ਰਹੇ ਆ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਇੱਥੇ। ਇਟ ਇਜ਼ ਓਨਲੀ ਟੂ ਡੀਗ੍ਰੇਡ ਦਾ ਸੀਐਮ ਆਫ ਦਾ ਪੰਜਾਬ, ਵੀ ਉਹਨੂੰ ਡੀਗ੍ਰੇਡ ਕਰਕੇ ਇੱਥੇ ਪ੍ਰੈਜ਼ੀਡੈਂਟ ਰੂਲ ਲਾਗੂ ਕਰ ਦਿਓ। ਮੇਰੀ ਬੇਇੱਜ਼ਤੀ ਹੋਈ ਹੈ, ਇਟ ਵਾਜ਼ ਆਲਰੇਡੀ ਪਲੈਨਡ। ਦੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਤੇ ਚੋਣਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਆ, ਕੀ ਓਪੀਨੀਅਨ ਰੱਖਦੇ ਹੋ? ਚੋਣਾਂ ਇਹ ਹੈ ਕਿ ਹੁਣ ਦੇਖੋ ਅਕਾਲੀਆਂ ਦੀ ਖਤਮ ਹੋ ਚੁੱਕੀ ਹੈ ਵਜ਼ਾਰਤ। ਸੁਖਬੀਰ ਬਾਦਲ ਐਵੇਂ ਹੁਣ ਡਰਾਮੇ ਕਰੀ ਜਾਵੇ ਜਿੰਨੇ ਮਰਜ਼ੀ, ਉਹਦੀ ਕੋਈ ਵਜ਼ਾਰਤ ਆਉਣ ਦਾ ਚਾਂਸ ਹੈ ਨਹੀਂ, ਠੀਕ ਨਹੀਂ। ਕਾਂਗਰਸ ਬਿਲਕੁਲ ਫੇਲ ਹੋ ਕੇ, ਅਮਰਿੰਦਰ ਸਿੰਘ ਫੇਲ ਹੋ ਕੇ ਜਾ ਚੁੱਕਾ, ਤੇ ਜਿਹੜਾ ਹੈਗਾ ਸੀ ਪ੍ਰੈਜ਼ੈਂਟਲੀ ਉਹਨੂੰ ਇਹਨਾਂ ਨੇ ਫੇਲ ਕਰਨ ਦੀ ਪੂਰੀ ਕੋਸ਼ਿਸ਼ ਕਰ ਦਿੱਤੀ ਹੈ। ਤੇ ਬਾਕੀ ਰਹਿ ਗਈ ਹੁਣ ਆਪ ਹੈ, ਜੋ ਜ਼ੋਰ ਲਾ ਲਵੇ ਤਾਂ ਆ ਸਕਦੀ ਹੈ, ਬਾਕੀ ਹੋਰ ਕੋਈ ਗੱਲਬਾਤ ਹੈ। ਕਿਸਾਨੀ ਮੋਰਚੇ ਦੇ ਬਾਰੇ ਕੀ ਕਹੋਗੇ? ਕਿਸਾਨੀ ਮੋਰਚੇ ਠੀਕ ਲੱਗਾ ਹੋਇਆ, ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਮੰਗਾਂ ਮੰਨਣ ਨੂੰ ਕੀ ਪ੍ਰਾਈਮ ਮਿਨਿਸਟਰ ਦਾ ਇੱਕ ਖੱਬੇ ਹੱਥ ਦਾ ਕੰਮ ਹੈ। ਹਾਲਾਂਕਿ ਠੀਕ ਹੈ, ਇਟ ਇਜ਼ ਆਲ ਰਾਈਟ ਵੀ ਆ ਜਿਹੜੇ ਕਾਨੂੰਨ ਰੱਦ ਕੀਤੇ ਜਾਂਦੇ ਆ, ਤੇ ਉੱਥੇ ਦਿੱਲੀ ਬੁਲਾਉਣ ਦੀ ਕੀ ਲੋੜ, ਉਹਨੂੰ ਉੱਥੇ ਆਰਡਰ ਪਾਸ ਕਰ ਦੇਵੇ, ਲੋਕਲ ਜਾ ਐਜੀਟੇਸ਼ਨ ਖਤਮ ਹੋ ਜਾਂਦਾ ਉਸੇ ਵੇਲੇ। ਪਰ ਇਹਦਾ ਪਲਾਨ ਆ ਕਿਸਾਨਾਂ ਨੂੰ ਤੰਗ ਕਰਨਾ, ਉਹਨਾਂ ਨੇ ਤੰਗ ਕਰਨਾ ਇਸ ਕਰਕੇ ਕੋਈ ਇਹਦੇ ਮਗਰ ਵਿੱਚ ਹੈਗੇ ਅਡਾਨੀ ਅਬਾਨੀ, ਜਿਹੜੇ ਸਾਲੇ ਇਹਨਾਂ ਦੀਆਂ ਫਸਲਾਂ। ਫਿਰ ਤਾਂ ਡੂੰਘੀਆਂ ਗੱਲਾਂ ਨੇ। ਹਾਂ, ਉਹ ਬਹੁਤ ਸਿਆਸੀ ਪਾਰਟੀ ਹੈਗੀ, ਬੜੀ ਜ਼ਬਰਦਸਤ। ਥੈਂਕ ਯੂ ਸਿੰਘ ਸਾਹਿਬ, ਧੰਨਵਾਦ ਜੀ, ਬਹੁਤ ਬਹੁਤ। ਓਕੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਇਲਾਕਾ ਆਪਣਾ ਫਿਰ? ਇਲਾਕਾ ਵੀਰੇ ਆਪਣਾ ਗੁਰਦਾਸਪੁਰ ਆ। ਹਾਂਜੀ, ਬਾਰਡਰ ਏਰੀਆ ਤੁਹਾਡਾ ਤਾਂ। ਤੇ ਗੱਲ ਇਹ ਆ ਵੀ ਸਿਆਸਤ ਵੀ ਬਾਰਡਰ ਏਰੀਆ ਨੂੰ ਲੈ ਕੇ ਪੰਜਾਬ 'ਚ ਬਹੁਤ ਹੁੰਦੀ ਹੈ। ਪਰ ਬਾਈ ਜੀ ਪਹਿਲਾਂ ਤਾਂ ਮੈਂ ਸਵਾਗਤ ਕਰਾਂ ਤੁਹਾਡਾ ਆਪਣੇ ਪ੍ਰੋਗਰਾਮ ਪਬਲਿਕ ਓਪੀਨੀਅਨ 'ਚ। ਬਹੁਤ ਧੰਨਵਾਦ ਜੀ ਤੁਹਾਡਾ। ਤੇ ਗੱਲ ਇਹ ਆ ਵੀ ਹੁਣ ਸਿਆਸਤ ਗਰਮਾਈ ਹੋਈ ਹੈ, ਚੋਣਾਂ ਆਉਣ ਵਾਲੀਆਂ ਨੇ, ਨੌਜਵਾਨੀ ਥੋੜ੍ਹਾ ਜਿਹਾ ਧਿਆਨ ਨਹੀਂ ਦੇ ਰਹੀ। ਪਰ ਚੋਣਾਂ ਜਿਹੜੀਆਂ ਨੇ, ਇਲੈਕਸ਼ਨ ਨੇ, ਤੁਹਾਡੀ ਨਜ਼ਰ ਦੇ ਵਿੱਚ ਕਿੰਨਾ ਕੁ ਮਾਇਨੇ ਰੱਖਦੀਆਂ ਨੇ, ਕਿੰਨੀਆਂ ਕੁ ਇਹ ਜ਼ਰੂਰੀ ਹੁੰਦੀਆਂ? ਦੇਖੋ ਜੀ, ਇਹ ਚੀਜ਼ਾਂ ਮਾਇਨੇ ਤਾਂ ਬਹੁਤ ਰੱਖਦੀਆਂ ਨੇ, ਬਟ ਤੁਸੀਂ ਦੇਖੋ ਜੀ, ਜਿਵੇਂ ਪਿਛਲੇ ਟਾਈਮ ਤੋਂ ਕਿੰਨੇ ਟਾਈਮ ਤੋਂ ਇਹ ਚੱਲਦੇ ਆ ਰਿਹਾ ਨਾ, ਜਿਵੇਂ ਪੁਰਾਣੇ ਲੀਡਰ ਕੁਝ ਅਲੱਗ ਨਿਊ ਨਹੀਂ ਹੋ ਰਿਹਾ ਆਪਣਾ, ਹੈ ਨਾ, ਆ ਰਹੇ ਉਹੀ ਪੁਰਾਣੀਆਂ ਘਸੀਆਂ ਵਸੀਆਂ ਗੱਲਾਂ ਕਰੀ ਜਾਂਦੇ ਆ, ਹੈ ਨਾ। ਠੀਕ ਹੈ, ਹੁਣ ਆਪਣਾ ਕੀ ਹੈ ਕਿ ਨਵੀਂ ਪੀੜ੍ਹੀ ਆ ਗਈ, ਨਵੀਂ ਪੀੜ੍ਹੀ ਨੂੰ ਸਾਰਾ ਕੁਝ ਪਤਾ, ਠੀਕ ਹੈ। ਉਹ ਕਿਹਨੂੰ ਲੀਡਰ ਚੁਣਨਾ ਚਾਹੁੰਦੀ ਆ, ਠੀਕ ਹੈ, ਜਿਹੜਾ ਬੰਦਾ ਕੰਮ ਕਰੂਗਾ, ਜਾਂ ਕੋਈ ਨੌਜਵਾਨ ਅਗਲੇ ਮਤਲਬ ਕਿ ਖੜਾ ਹੋਏਗਾ ਆਪਣਾ ਲੀਡਰ, ਸੋ ਉਹਨੂੰ ਰੱਖ ਕੇ ਮਤਲਬ ਕਿ ਵਧੀਆ ਕਰੇਗੀ। ਪਰ ਇਹ ਗੱਲ ਇਹ ਨੌਜਵਾਨ ਇਹ ਕਹਿ ਦਿੰਦੇ ਨੇ ਵੀ ਅਸੀਂ ਤਾਂ ਵੋਟ ਨਹੀਂ ਪਾਉਣੀ ਕਿਉਂਕਿ ਕੋਈ ਚੱਜ ਦਾ ਬੰਦਾ ਹੈ ਹੀ ਨਹੀਂ। ਕਿੰਨੀ ਕੁ ਸੱਚਾਈ ਹੈ ਗੱਲ 'ਚ? ਬਿਲਕੁਲ ਜੀ, ਸੱਚਾਈ ਤਾਂ ਹੈਗੀ ਆ ਕਿ ਜੇ ਕੋਈ ਬੰਦਾ ਕੰਮ ਕਰੇ, ਹੈ ਨਾ, ਪਿਛਲੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿੰਨੇ ਵੀ ਲੀਡਰ ਹੋਏ ਕਿਸੇ ਨੇ ਕੰਮ ਨਹੀਂ ਕੀਤਾ ਨਾ ਵਧੀਆ, ਠੀਕ ਹੈ ਨਾ, ਜਿਹਦੇ ਕਰਕੇ ਲੋਕਾਂ 'ਚ ਨੈਗੇਟਿਵ ਆ, ਹੈ ਨਾ। ਤੇ ਹੁਣ ਜਿਹੜਾ ਕੋਈ ਨੌਜਵਾਨ ਖੜਾ ਹੋਏਗਾ, ਹੈ ਨਾ, ਜਿਵੇਂ ਹੁਣ ਕਹਿ ਰਹੇ ਵੀ ਮੂਸੇਵਾਲਾ ਆ ਰਿਹਾ, ਠੀਕ ਹੈ ਜੀ, ਸੋ ਲੋਕਾਂ 'ਚ ਵੀ ਕਾਫੀ ਜ਼ਿਆਦਾ ਉਤਸ਼ਾਹ ਹੈ ਨਾ ਉਹ ਚੀਜ਼ ਨੂੰ। ਮੂਸੇਵਾਲਾ ਰਹਿੰਦਾ ਇਹ ਖਿਆਲਾਂ ਵਿੱਚ ਨਹੀਂ, ਹੁਣ ਮੂਸੇਵਾਲਾ ਰਹਿੰਦਾ ਇਹ ਇਲੈਕਸ਼ਨਾਂ ਵਿੱਚ ਨਹੀਂ। ਹਾਂਜੀ ਹਾਂਜੀ, ਬਿਲਕੁਲ। ਹੁਣ ਕਿ ਕਾਫੀ ਸਾਰੇ ਜੋ ਸਿੰਗਰ ਆਪਣੇ, ਹੈ ਨਾ, ਸਿੰਗਰ ਭਰਾ, ਉਹ ਵੀ ਆਪਣੇ ਰਾਜਨੀਤੀ 'ਚ ਆ ਰਹੇ ਹੁਣ। ਤੇ ਕੀ ਲੱਗਦਾ ਸਿੰਗਲ ਭਰਾ ਫਿਰ ਭਲਾ ਕਰ ਦੇਣਗੇ ਨੌਜਵਾਨਾਂ ਦਾ? ਦੇਖੋ ਜੀ, ਆ ਦੂਜੇ ਤਾਂ ਕਹਿੰਦੇ ਨੇ ਇਹ ਤਾਂ ਜੀ ਗੀਤਾਂ ਵਾਲੇ ਚੱਕ ਲੋ ਧਰ ਲੋ, ਆ ਚੱਕਤਾ, ਇਹ ਆ ਠੋਕਤਾ। ਦੇਖੋ ਉਹਨਾਂ ਪਿੱਛੇ ਨਾ, ਹੁਣ ਦੇਖੋ ਜੀ ਜਿਵੇਂ ਸਿੰਗਰ ਆ, ਉਹਨਾਂ ਪਿੱਛੇ ਕਾਫੀ ਫੈਨ ਫੋਲੋਇੰਗ ਹੁੰਦੀ ਉਹਨਾਂ ਦੀ, ਹੈ ਨਾ, ਤੇ ਉਹਨਾਂ ਪਿੱਛੇ ਲੱਗ ਕੇ ਆਪਣੇ ਜਿਹੜੇ ਨੌਜਵਾਨ ਆ, ਹੈ ਨਾ, ਤੇ ਉਹ ਕੁਝ ਨਾ ਕੁਝ ਕਰਨਗੇ, ਵੋਟ ਵਗੈਰਾ ਪਾਉਣਗੇ ਵੀ ਹਾਂ ਸਿੰਗਰ ਆ, ਕੁਝ ਨਾ ਕੁਝ ਕਰਨਗੇ। ਸਾਰਿਆਂ ਨੂੰ ਉਤਸ਼ਾਹ ਹੁੰਦਾ ਕਿ ਨਵੇਂ ਕੁਝ ਆ ਰਿਹਾ ਤੇ ਅਸੀਂ ਵੋਟ ਪਾਵਾਂਗੇ। ਵਰਗਾ ਬੰਦਾ ਆਪਾਂ ਲੈ ਕੇ ਆਈਏ, ਹਨਾ, ਆਪਾਂ ਬੁੜੇ ਜਿਹੇ ਖੜੇ ਕਰ ਦਿੰਦੇ ਆ, 80-85 ਸਾਲ ਵਾਲੇ ਮੁੰਡੇ ਕਹਿੰਦੇ ਵੀ ਸਤਿ ਸ੍ਰੀ ਅਕਾਲ, ਪੈਰੀਂ ਹੱਥ ਵੀ ਨੀ ਲਾਉਂਦੇ। ਤੇ ਬਾਈ ਜੀ ਵੱਖ-ਵੱਖ ਪਾਰਟੀਆਂ, ਆਮ ਆਦਮੀ ਪਾਰਟੀ ਵੀ ਹੁਣ ਚੰਗਾ ਆਪਣਾ ਰਸੂਖ ਰੱਖਦੀ ਆ, ਹਨਾ, ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪੰਜਾਬ ਦੇ ਵਿੱਚ ਜਿੰਨੀਆਂ ਧਿਰਾਂ ਨੇ, ਆਪ ਆ, ਕਾਂਗਰਸ ਆ, ਬੀਜੇਪੀ ਆ, ਹਨਾ, ਤੇ ਇਹ ਪਾਰਟੀਆਂ ਦੇ ਵਿੱਚ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਕੋਈ ਚੱਜ ਦਾ ਕੰਮ ਕਰ ਰਹੀ ਆ? ਬਿਲਕੁਲ ਜੀ, ਦੇਖੋ ਪੁਰਾਣੇ ਸਮੇਂ ਦੀ ਗੱਲ ਕਰਾਂ ਤਾਂ ਬੀਜੇਪੀ ਵੀ ਹੁੰਦੀ ਰਹੀ ਹੈ, ਹੈ ਨਾ, ਅਕਾਲੀ ਦਲ ਆਪਣੇ ਹੈਗੀ, ਕਾਂਗਰਸ ਆ ਗਈ। ਹੁਣ ਕਾਂਗਰਸ ਪਿਛਲੇ 5 ਸਾਲ ਤੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇਖਿਆ ਨਹੀਂ ਵੀ ਕੁਝ ਕੀਤਾ ਹੋਏਗਾ, ਠੀਕ ਹੈ ਨਾ। ਉਹ ਕਹਿੰਦੇ ਨਸ਼ਾ ਖਤਮ ਹੋ ਗਿਆ। ਨਸ਼ਾ ਕੀ, ਉਹਨਾਂ ਨੇ ਗੁਟਕੇ ਸਾਹਿਬ ਤੇ ਹੱਥ ਰੱਖ ਕੇ ਸਹੁੰ ਵੀ ਖਾਧੀ, ਠੀਕ ਹੈ ਜੀ। ਹੁਣ ਇੱਥੋਂ ਕਿੰਨਾ ਨੈਗੇਟਿਵ ਪ੍ਰਭਾਵ ਪਿਆ ਲੋਕਾਂ ਦੇ, ਹੈ ਨਾ। ਸਰਕਾਰੀ ਨੌਕਰੀਆਂ ਦੇਵਾਂਗਾ, ਫੋਨ ਦਾਂਗਾ, ਕੁਝ ਦਿੱਤਾ? ਇਹਦੇ ਨਾਲੋਂ ਚੰਗਾ ਕਿ ਤੁਸੀਂ ਸਕੂਲ ਦੇ ਵਿੱਚ ਵਧੀਆ ਟੀਚਰ ਲਗਾਉਂਦੇ, ਹੈ ਨਾ, ਵਧੀਆ ਬੱਚਿਆਂ ਦੀ ਐਜੂਕੇਸ਼ਨ ਹੁੰਦੀ, ਔਰ ਹੌਸਪੀਟਲ ਖੋਲ੍ਹਦੇ ਨਵੇਂ-ਨਵੇਂ, ਠੀਕ ਹੈ ਜੀ, ਜਿਹਦੇ ਨਾਲ ਕਿ ਆਪਣਾ ਵਿਕਾਸ ਹੁੰਦਾ ਜ਼ਿਆਦਾ, ਹੈ ਨਾ।
ਸੋ ਉਹ ਚੀਜ਼ ਨਹੀਂ ਹੋਈ। ਤੇ ਜਿੱਥੋਂ ਤੱਕ ਹੁਣ ਦੀ ਸਿਆਸਤ ਦੀ ਗੱਲ ਆ ਹਨਾ, ਉਹਦੇ ਵਿੱਚ ਆਪਣਾ ਚੰਨੀ ਸਰਕਾਰ ਵੀ ਹੁਣ ਕਾਫੀ ਜ਼ਿਆਦਾ ਵਾਅਦੇ ਕਰ ਰਹੀ ਆ ਹਨਾ, ਤੇ 2-2.5 ਮਹੀਨੇ ਰਹਿ ਗਏ ਹੁਣ ਦੇਖੋ ਹੁਣ ਸਾਰੇ ਵਾਅਦੇ ਕਹਿੰਦੇ ਕੁੜੀਆਂ ਲਈ ਉਹ ਕਰਕੇ, ਕਹਿੰਦੇ ਮੁੰਡੇ ਨਾਰਾਜ਼ ਹੋ ਗਏ ਵੀ ਸਾਨੂੰ ਕੋਈ ਦੇ ਹੀ ਨਹੀਂ ਰਹੇ। ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਹੈ ਜੀ। ਹੁਣ ਦੇਖੋ ਕਾਫੀ ਜ਼ਿਆਦਾ ਵਾਅਦੇ ਕਰ ਰਹੇ ਹੋ ਹਨਾ, ਤੇ ਆਮ ਆਦਮੀ ਪਾਰਟੀ ਦਾ ਵੀ ਕਾਫੀ ਜ਼ਿਆਦਾ ਜ਼ੋਰ ਆ ਦੇਖਿਆ ਜਾਏ ਤਾਂ, ਠੀਕ ਹੈ 12 ਸੀਟਾਂ ਲੈ ਗਈ ਆਪਣੀ ਚੰਡੀਗੜ੍ਹ ਚੋਂ, ਠੀਕ ਹੈ। ਲੱਗਦਾ ਆਮ ਆਦਮੀ ਪਾਰਟੀ ਪੰਜਾਬ 'ਚ ਆ ਜਾਊਗੀ ਫਿਰ ਇਸ ਵਾਰ? ਲੱਗ ਰਿਹਾ ਚਾਂਸ ਜ਼ਿਆਦਾ ਲੱਗ ਰਹੇ ਉਹਨਾਂ ਦੇ ਚਾਂਸ, ਹੁਣ ਮੈਨੂੰ ਕਾਂਗਰਸ ਦੇ ਵੀ ਜ਼ਿਆਦਾ ਲੱਗ ਰਹੇ, ਜਿਵੇਂ ਚੰਨੀ ਸਰਕਾਰ ਆਈ ਹੋਈ ਆ ਹਨਾ, ਕਾਫੀ ਜ਼ਿਆਦਾ ਵਾਅਦੇ ਵੂਦੇ ਕੀਤੇ ਹੋਏ ਉਹਨਾਂ ਨੇ, ਤੇ ਜ਼ੋਰ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਲੱਗ ਰਿਹਾ, ਔਰ ਅਕਾਲੀ ਦਲ ਦਾ ਤਾਂ ਮੈਨੂੰ ਹਜੇ ਥੋੜਾ ਕੱਚਾ ਪੱਕਾ ਹੀ ਲੱਗ ਰਿਹਾ। ਕੁੰਡੀਆਂ ਤੇ ਸਿੰਘ ਫਸ ਗਏ, ਕੋਈ ਨਿੱਤਰੂ ਬੜੇ ਮੈਂ ਖਾਣੀ। ਬਿਲਕੁਲ ਜੀ ਬਿਲਕੁਲ, ਔਰ ਆਮ ਆਦਮੀ ਪਾਰਟੀ ਦਾ ਮੈਨੂੰ ਲੱਗ ਰਿਹਾ ਜ਼ਿਆਦਾ। ਥੈਂਕ ਯੂ ਵੀਰ ਜੀ। ਓਕੇ ਜੀ। ਤੇ ਸਰ ਅਖਬਾਰ ਤੁਸੀਂ ਹੱਥ 'ਚ ਫੜਿਆ ਹੋਇਆ ਦੀ ਟਾਈਮਜ਼ ਆਫ ਇੰਡੀਆ, ਤੇ ਕੀ ਕਹਿੰਦਾ ਫਿਰ ਅੱਜ ਦਾ ਅਖਬਾਰ? ਅੱਜ ਦਾ ਅਖਬਾਰ ਆਹੀ ਜੋ ਖਬਰਾਂ ਨੇ, ਜੋ ਲੋਕੀ ਪੜ੍ਹਨਾ ਚਾਹੁੰਦੇ ਆ, ਉਹ ਇੱਕ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਜ਼ਿਆਦਾ ਹੁੰਦੀ ਆ। ਇਹ ਅਖਬਾਰ ਅੱਜ ਕੱਲ੍ਹ ਵਿਊਜ਼ ਨੇ, ਨਿਊਜ਼ ਨਹੀਂ ਹੈਗੀਆਂ। ਲੋਕਾਂ ਦੀ ਓਪੀਨੀਅਨ ਆ ਜਾਂ ਇਹੋ ਜਿਹੀ ਚੀਜ਼ਾਂ ਨੇ ਜੋ ਲੋਕ ਪੜ੍ਹਨਾ ਚਾਹੁੰਦੇ ਨੇ, ਆਹ ਚੀਜ਼ਾਂ ਨੇ ਜ਼ਿਆਦਾ। ਸਿਆਸਤ ਨੂੰ ਲੈ ਕੇ ਤੁਹਾਡਾ ਕੀ ਓਪੀਨੀਅਨ ਹੈ ਅੱਜ ਦੇ ਹਾਲਾਤਾਂ ਦੇ ਮੱਦੇ ਨਜ਼ਰ? ਸਿਆਸਤ ਬਾਰੇ ਮੈਂ ਦੱਸ ਹੀ ਦਿੱਤਾ ਕਿ ਜਿਹੜੇ ਪੋਲੀਟਿਕਸ ਆ, ਇਹ ਸਾਰਾ ਗੁੰਡਿਆਂ ਦਾ, ਬਦਮਾਸ਼ਾਂ ਦੀ ਖੇਡ ਆ। ਆਮ ਆਦਮੀ ਨੂੰ ਤਾਂ ਇਹਦੇ ਵਿੱਚ ਕੁਛ ਖਾਸ ਦੇਣ ਵਾਲਾ ਹੈ ਨਹੀਂ। ਪੋਲੀਟਿਕਸ ਨੇ ਕਿਸੇ ਸਾਡੀ ਟੈਕਸ ਮਨੀ ਸਾਨੂੰ ਹੀ ਵਾਪਸ ਦਿੱਤੀ ਜਾਂਦੀ ਆ। ਜਿਵੇਂ ਹੁਣ ਇਹ ਮੋਦੀ ਆਇਆ ਵੀ ਸੀ, ਲੇਕਿਨ ਇਹ ਆਇਆ ਤਾਂ ਸਾਡੀ ਟੈਕਸ ਮਨੀ 'ਤੇ ਸੀ। ਜੇ ਵਾਪਸ ਵੀ ਚਲਾ ਗਿਆ ਉਹਦਾ ਤਾਂ ਕੁਛ ਵੀ ਨਹੀਂ ਜਾਂਦਾ ਲੱਗਿਆ। ਸਾਡਾ ਟੈਕਸ ਮਨੀ ਸਾਰਾ ਦਾ ਸਾਰਾ ਡਰੇਨ ਆਊਟ ਹੋਈ ਜਾ ਰਿਹਾ। ਐਂਡ ਥੀਸ ਪੋਲੀਟੀਸ਼ੀਅਨਸ ਦੇ ਆਰ ਯੂਜ਼ਿੰਗ ਆਵਰ ਓਨ ਮਨੀ, ਜਿਹੜੀ ਸਾਡੀ ਟੈਕਸ ਪੇਅਰ ਦੀ ਮਨੀ ਹੈ। ਇਹ ਕਹਿ ਰਹੇ ਨੇ ਜੀ ਵੀ ਐਲਾਨ ਕਰਨੇ ਸੀਗੇ 42,000 ਕਰੋੜ ਰੁਪਏ ਪੰਜਾਬ ਨੂੰ ਦੇਣਾ ਸੀਗਾ, ਤੇ ਉਹ ਫਿਰ ਇੱਕ ਰੈਲੀ ਰੱਦ ਹੋਣ ਦੀ ਵਜ੍ਹਾ ਕਰਕੇ ਮਤਲਬ ਰੱਦ ਹੋ ਗਿਆ ਸਾਰਾ ਕੁਝ। ਫਿਲਹਾਲ ਮੈਂ ਇਹਨਾਂ ਫਾਈਨਾਂਸ ਦਾ ਤਾਂ ਇੰਨਾ ਐਕਸਪਰਟ ਨਹੀਂ ਹੈਗਾ, ਲੇਕਿਨ ਇਹ ਲੋਕ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਸੀ, ਜਾਂ ਹੁਣ ਖੰਨੇ ਕਿਸੇ ਬੱਚੇ ਦੀ ਡੈਥ ਹੋਈ ਆ, ਜਾਂ ਖਰੜ ਜਾਮ ਲੱਗਿਆ ਰਹਿੰਦਾ, ਉਲਟਾ ਤਾਂ ਸਾਡੀ ਪਬਲਿਕ ਦਾ ਹੀ ਨੁਕਸਾਨ ਹੋ ਰਿਹਾ ਨਾ। ਜੇ ਪੋਲੀਟੀਸ਼ੀਅਨ ਤਾਂ ਉਹ ਤਾਂ ਚਲੋ ਆਇਆ ਤੇ ਵਾਪਸ ਚਲਾ ਗਿਆ, ਲੇਕਿਨ ਜੇ ਆਮ ਜਨਤਾ ਜਿਹੜੀ ਹੈਗੀ ਆ, ਜਿਵੇਂ ਖਰੜ ਜਾਮ ਲੱਗਿਆ ਜਾਂ ਖੰਨੇ ਜਾਮ ਲੱਗਿਆ, ਪਬਲਿਕ ਤਾਂ ਹਰਾਸ ਹੋ ਰਹੀ ਹੈ ਨਾ। ਤੇ ਇਹ ਗਲਤ ਟ੍ਰੈਂਡ ਆ ਜਿਹੜਾ ਕਿ ਸੜਕਾਂ 'ਤੇ ਤੁਸੀਂ ਉਤਰ ਆਓ। ਵੋਟ ਪਾਉਣ ਵੇਲੇ ਕਿਉਂ ਨਹੀਂ ਸੋਚਦੇ ਤੁਸੀਂ? ਚਾਹੀਦਾ ਤਾਂ ਵੋਟ ਪਾਉਣ ਵੇਲੇ ਆ ਕਿ ਉਹ ਇਹ ਬੰਦਾ ਸੋਚੇ ਕਿ ਵੀ ਇਹ ਜਿਨ੍ਹਾਂ ਨੂੰ ਅੱਜ ਖੜਾ ਕੀਤਾ, ਸਾਡੀ ਪ੍ਰੋਬਲਮ ਤਾਂ ਇਹਨਾਂ ਨੇ ਸੋਲਵ ਨਹੀਂ ਕਰਨੀ, ਐਗਰੀਗੇਟ ਜ਼ਰੂਰ ਕਰਨਗੇ ਸਾਡੀ ਪ੍ਰੋਬਲਮ। ਇਲੈਕਸ਼ਨ ਆ ਗਏ, ਪਾਰਟੀਆਂ ਵੱਲੋਂ ਆਪਣੇ ਆਪਣੇ ਵਾਅਦੇ ਕੀਤੇ ਜਾਂਦੇ ਨੇ, ਤੇ ਹੁਣ ਦੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਆ, ਬੀਜੇਪੀ ਆ, ਸ਼੍ਰੋਮਣੀ ਅਕਾਲੀ ਦਲ ਆ, ਕਾਂਗਰਸ ਹੈ, ਕਿਸਾਨ ਸਮਾਜ ਮੋਰਚਾ ਹੈ, ਸੰਯੁਕਤ ਸਮਾਜ ਮੋਰਚਾ, ਤੇ ਇਹਦੇ ਪ੍ਰਤੀ ਤੁਸੀਂ ਕੀ ਰੱਖਦੇ ਹੋ ਵੀ ਕੋਈ ਲੱਗਦਾ ਪੰਜਾਬ ਦਾ ਭਲਾ ਕਰ ਸਕਦੀ ਹੈ ਕੋਈ ਪਾਰਟੀ? ਜਿਨ੍ਹਾਂ ਨੇ ਵੋਟ ਪਾਣੀ ਹੈ ਜਾਂ ਜੋ ਕੁਛ ਵੀ ਇਹ ਲੀਡਰ ਆਉਂਦੇ ਜਾਂ ਜਿਵੇਂ ਆਉਂਦੇ ਆ, ਐਟਲੀਸਟ ਲੋਕਾਂ ਨੂੰ ਪੁੱਛਣਾ ਚਾਹੀਦਾ ਹੈਗਾ ਕਿ ਵੀ ਆਉਣ ਵਾਲਾ ਸਿਸਟਮ ਚਲਾਉਣਾ ਕਿਵੇਂ ਆ। ਫ੍ਰੀ ਤਾਂ ਚਲੋ ਆਹ ਦੇ ਤਾ, ਅਸੀਂ ਤੁਹਾਨੂੰ ਆਹ ਫ੍ਰੀ ਦੇਵਾਂਗੇ, ਆਹ ਦੇਵਾਂਗੇ, ਉਹ ਰੋਡ ਮੈਪ ਕੀ ਆ, ਕਿਸ ਤਰ੍ਹਾਂ? ਹਾਂ, ਇਹ ਫ੍ਰੀ ਕਿੱਥੋਂ? ਤੁਸੀਂ ਆਪ ਦੀ ਜੇਬ 'ਚੋਂ ਤਾਂ ਥੋੜ੍ਹਾ ਕਿਸੇ ਨੇ ਦੇਣਾ। ਉਹ ਆ ਦੱਸੋ ਵੀ ਅਸੀਂ ਇਹ ਫ੍ਰੀ ਕਿੱਥੋਂ ਪੈਸਾ ਲੈ ਕੇ ਆਉਂਗੇ, ਉਹਦਾ ਪਹਿਲਾਂ ਰੋਡ ਮੈਪ ਦਿਖਾਓ। ਤੁਹਾਡੇ ਨਾਲ ਗੱਲ ਕਰਦੇ ਹਾਂ, ਤੇ ਤੁਸੀਂ ਕੀ ਇਹਦੇ ਨਾਲ ਸਹਿਮਤੀ ਰੱਖਦੇ ਹੋ ਜਿਹੜੇ ਚੋਣਾਂ ਦੇ ਵਿੱਚ ਹੁਣ ਉਹ ਕਹਿ ਦਈਏ, ਜਿਵੇਂ ਸਰ ਗੱਲ ਕਰ ਰਹੇ ਸੀਗੇ ਵੀ ਵਾਅਦੇ ਕਰ ਲਏ ਜਾਂਦੇ ਨੇ ਹਨਾ, ਤਾਂ ਇੰਨੇ ਇੰਨੇ ਪੈਸੇ ਅਸੀਂ ਤੁਹਾਨੂੰ ਫ੍ਰੀ 'ਚ ਦੇ ਦੇਵਾਂਗੇ, ਤਾਂ ਇਲੈਕਸ਼ਨਾਂ ਦੇ ਵਾਅਦਿਆਂ ਨੂੰ ਲੈ ਕੇ ਤੁਸੀਂ ਕੀ ਓਪੀਨੀਅਨ ਰੱਖਦੇ ਹੋ? ਬਹੁਤ ਹੀ ਗਲਤ ਕੰਮ ਹੈ ਜੀ। ਫਰੀ ਵਾਲਾ ਕਲਚਰ ਬੰਦ ਹੋਣਾ ਚਾਹੀਦਾ ਹੈ। ਤੁਸੀਂ ਵਿਕਾਸ ਯੋਜਨਾ ਲਾਓ, ਜਿਵੇਂ ਉਹ ਕੱਲ ਆਇਆ ਸੀਗਾ, ਕਹਿੰਦਾ ਮੈਂ 42,750 ਕਰੋੜ ਦੀ ਕੋਈ ਯੋਜਨਾ ਚਾਲੂ ਕਰਨੀ ਹੈ। ਸਾਰੀ ਇਹੋ ਜਿਹੀ ਚੀਜ਼ਾਂ ਚਾਲੂ ਕਰੋ ਤਾਂ ਕੁਝ ਬਣੂ ਤਾਂ ਸਹੀ। ਉਹ ਇੱਕ ਆਉਂਦਾ ਕਿ ਮੈਂ ਫਰੀ ਦੇ ਕੇ ਜਾਊਂਗਾ, ਇਹ ਕਹਿੰਦਾ ਅਸੀਂ ਦੇ ਹੀ ਦਿੱਤਾ। ਇਹ ਚੀਜ਼ਾਂ ਦਾ ਮਤਲਬ ਨਹੀਂਗਾ। ਤੁਸੀਂ ਇਨਫਰਾਸਟ੍ਰਕਚਰ ਖੜਾ ਕਰੋ ਇੱਥੇ, ਜਿਸ ਤੋਂ ਰੋਜ਼ਗਾਰ ਮਿਲੂਗਾ, ਨੌਜਵਾਨਾਂ ਨੂੰ ਕੋਈ ਕੰਮ ਦਿਓ। ਉਹ ਕੋਈ ਪਲਾਨ ਨਹੀਂ ਦੱਸਦਾ, ਸਾਰੇ ਫਰੀ ਕਰਕੇ ਵੋਟ ਦੇ ਦਿਓ ਸਾਨੂੰ, ਕਿਵੇਂ ਦੇ ਦਿਓ ਤੁਸੀਂ ਸਰਕਾਰ। ਰੈਲੀ ਰੱਦ ਹੋ ਗਈ, ਉਸ ਤੋਂ ਬਾਅਦ ਲਗਾਤਾਰ ਹੁਣ ਕਹਿ ਦਈਏ ਮੀਡੀਆ ਦੇ ਉੱਤੇ ਰੌਲਾ ਪੈ ਰਿਹਾ ਕਿ ਪੰਜਾਬ 'ਚ ਸੁਰੱਖਿਆ ਨਹੀਂ ਹੈ, ਸੁਰੱਖਿਆ ਦੇ ਮਸਲੇ ਗੰਭੀਰ ਨੇ।
ਤੇ ਹੁਣ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਵੀ ਰਾਸ਼ਟਰਪਤੀ ਨੂੰ ਮਿਲਣ ਗਏ ਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ, ਇਹਦੇ ਤੇ ਤੁਸੀਂ ਕੀ ਰਾਏ ਰੱਖਦੇ ਹੋ? देखो जी राजनीति चीज़ है, कोई राष्ट्रपति शासन लागू नहीं होना, कुछ नहीं होना। ठीक है, कल जेड़ी हुई वो बुरी हुई होना नहीं चाहिए भई। अज ठीक है, विपक्ष का प्रधानमंत्री है, ਉਹਦੀ सुरक्षा करना भी अपने देश का ही हैगा। वो कल ਨੂੰ ਇਹ ਕਿਤੇ ਕਾਂਗਰਸ ਵਾਲੇ ਕਿਤੇ ਬੀਜੇਪੀ ਦੀ ਜਾਣਗੇ ਸਟੇਟ 'ਚ, ਉੱਥੇ ਉਹ ਇਹੋ ਜਿਹਾ ਕਰਨਗੇ। ਆ ਗਲਤ ਚੱਲ ਰਿਹਾ ਟਾਰਾ, ਚੱਲਣਾ ਨਹੀਂ ਸਹੀ, ਬੰਦ ਹੋਣਾ ਚਾਹੀਦਾ ਇਹ ਚੀਜ਼। ਕੀ ਕਹਿ ਰਹੇ ਹੋ? ਜੇ ਕਹਿੰਦੇ ਭਾਰਤੀ ਜਨਤਾ ਪਾਰਟੀ ਤੋਂ ਹੈ ਤੇ ਕਾਂਗਰਸ ਦੀ ਕੋ ਸਰਕਾਰ ਤਾਂ ਤੁਹਾਡੀ ਹੈ ਨਾ, ਕਾਂਗਰਸ ਦੀ ਕਿਵੇਂ ਬੈਠਣ ਦਿੱਤੇ? ਭਾਰਤੀ ਜਨਤਾ ਪਾਰਟੀ ਵਾਲੇ ਵੀ ਕਿਵੇਂ ਆਣ ਦਿੱਤੇ? ਫਿਰ ਤੁਹਾਡਿਆਂ ਦਾ ਮਤਲਬ ਸਰਕਾਰ ਤੇ ਕੰਟਰੋਲ ਨਹੀਂ। ਜਿਹੜੀ ਪਾਰਟੀ ਹੈ ਜਿਹੜੀ ਵਾਅਦੇ ਤਾਂ ਦੇਖੋ ਸਾਰਿਆਂ ਨੇ ਕਰ ਰਹੇ ਆ, ਪਰ ਆਪਾਂ ਨੇ ਵੋਟ ਤਾਂ ਪਾਉਣੀ ਹੁੰਦੀ ਆ ਆਖਰ ਨਾ ਇੱਕ ਨੂੰ। ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਆ ਉਹ ਪੰਜਾਬ ਦਾ ਕੁਝ ਹੱਲ ਕਰ ਸਕਦੀ? ਪਾਰਟੀ ਜੀ ਤੁਸੀਂ ਦੱਸ ਦਿਓ, ਆਪਾਂ ਆ ਕੇ ਦੇ ਬਈ ਹੁਣ ਪਾਰਟੀ ਨਵੀਂ ਬਣਾ ਦੀ ਅਮਰਿੰਦਰ ਸਿੰਘ, ਹੁਣ ਬੜਾ ਬੜੀਆ ਹੋ ਜਾਊਗਾ। ਤਾਂ ਆ ਤਾਂ 4 ਸਾਲ ਸੀਗਾ ਹੀ ਨਾ ਪਾਰਟੀ 'ਚ। ਕੀ ਨਾਮ ਤੋਂ ਕਿ ਬੰਦੇ ਤਾਂ ਉਹ ਯਾਰ ਇੱਧਰ ਆ ਗਏ, ਅੱਧੇ ਤੋਂ ਜ਼ਿਆਦਾ ਟੁੱਟ ਕੇ ਆ ਗਏ ਅਮਰਿੰਦਰ ਸਿੰਘ ਜੀ ਨਾਲ, ਅੱਧੇ ਤੋਂ ਟੁੱਟ ਕੇ ਬੀਜੇਪੀ ਨਾਲ ਆ ਗਏ ਉਹੀ ਬੰਦੇ ਜਿਹੜੇ ਹੁਣ 4 ਸਾਲ ਰਾਜ ਕਰਕੇ ਗਏ। ਨਹੀਂ ਆਏ, ਵੇਖੇ ਨਹੀਂ ਆਪਾਂ ਐਮਐਲਏ ਕਿੰਨੇ ਆਈ ਜਾਂਦੇ ਇੱਧਰ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਥੋੜਾ ਪਬਲਿਕ ਨੂੰ ਆਪਣਾ ਵੇਖਣਾ ਚਾਹੀਦਾ ਤੇ ਚੰਗਾ ਬੰਦਾ ਜਿਹੜਾ ਹੋਵੇ ਉਹਨੂੰ ਇਮਾਨਦਾਰ ਹੋਵੇ ਇੱਕ ਤਾਂ, ਤੇ ਆ ਫਰੀ ਵਾਲੇ ਲਾਲਚ 'ਚ ਨਾ ਹੋਵੇ ਬਸ। ਉਹਨੇ ਕਹਿਤਾ ਮੈਂ 1000 ਦੇਵਾਂਗਾ, ਉਹ ਕੱਲ ਕਿਹੜਾ ਕਹੀ ਜਾਂਦਾ ਸੀ ਮੈਂ 2000 ਦੇਵਾਂਗੇ, ਅਸੀਂ ਸਿੱਧੂ ਨੇ ਕਹਿਤਾ 2000 ਦੇਵਾਂਗੇ। ਆ ਮਤਲਬ ਨਹੀਂ, ਜਿਹੜੇ ਐਵੇਂ ਫਰੀ ਲਾਲਚ ਦਿੰਦੇ ਨਾ ਉਹਨੂੰ ਵੋਟ ਨਾ ਦਿਓ, ਚਾਹੇ ਕੋਈ ਹੋਵੇ। भाई नमस्कार। नमस्कार मेरे भाई। अच्छा, जैसे मैं आपको देख रहा था कि आप यहाँ पे नारियल का काम करते हैं, लेकिन वोट तो आपकी बनी होगी ना? वोट तो है हमारी बनी यूपी हुई। की बनी हुई है आपकी वोट। हाँ जी। तो ऐसा है कि पंजाब में अभी आ रहे हैं चुनाव, आपके यूपी में भी हैं, जल्दी आ जाए मान करें, तो उसमें ये सभी सरकारें हैं, जो मंत्री हैं, वो ये कहते हैं कि हमने नौजवानों के लिए बहुत कुछ कर दिया, हमने इतना रोजगार पैदा कर दिया, इतना कर दिया, ये दे दिया, सरकारी नौकरी दे दी। पंजाब वाले भी ये कह रहे हैं, आपके यूपी वाले भी ये कह रहे हैं। तो इसमें आप कितना का सच्चाई मानते हो कि ये जो लीडर लोग हैं, नेता लोग हैं, ये नौजवानों के प्रति कितना सोचते हैं? ये मेरे भाई कुछ नहीं सोचते हैं। अगर ये कुछ सोचते होते तो आज ऐसे ही होते लोग। समझो मेरे भाई, नारियल खुद अपना बिजनेस करते हैं यार। अगर आप वोट डालना चाहें तो क्या सोचता है भी ये पार्टी अच्छा काम कर रही है? कोई बंदा लगता है भी जो अच्छा काम कर रहा है? मैंने वोट आज तक बीजेपी को दिया ही नहीं है, कांग्रेस को दिया। कांग्रेस अच्छा काम कर रही है? कांग्रेस का बढ़िया आदमी है भाई, मेन मुद्दा है। ਸੋ ਅੱਜ ਦੇ ਪਬਲਿਕ ਓਪੀਨੀਅਨ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਹਰ ਵਰਗ ਦੇ ਲੋਕਾਂ ਦੇ ਨਾਲ। ਪੰਜਾਬ ਦੀ ਸਿਆਸਤ ਨੂੰ ਲੈ ਕੇ ਨੌਜਵਾਨ ਕੀ ਰਾਏ ਰੱਖਦੇ ਨੇ, ਜੋ ਵਾਅਦੇ ਕੀਤੇ ਜਾ ਰਹੇ ਨੇ ਔਰਤਾਂ ਦੇ ਲਈ, ਉਹਨਾਂ ਦੇ ਹੱਕ ਦੇ ਵਿੱਚ ਕਿੰਨੀਆਂ ਕੁ ਔਰਤਾਂ ਦੀ ਜਿਹੜੀ ਬਿਆਨਬਾਜ਼ੀ ਹੈ ਕਿ ਵਾਕਈ ਜੋ ਦੇਸ਼ ਦੀਆਂ ਸਰਕਾਰਾਂ ਦੇ ਆਗੂਆਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੁੰਦੀ ਹੈ, ਜੋ ਵਾਅਦੇ ਕੀਤੇ ਜਾ ਰਹੇ ਨੇ ਉਹ ਕਿੰਨੇ ਕੁ ਪੁੱਗਦੇ ਨੇ। ਸੋ ਹਰ ਇੱਕ ਦੀ ਆਪਣੀ ਵੱਖਰੀ ਵੱਖਰੀ ਰਾਏ ਹੈ। ਖਾਸ ਤੌਰ ਤੇ ਜੋ ਕੱਲ ਵਾਪਰਿਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜੋ ਰੈਲੀ ਆ ਰੱਦ ਹੋਈ ਆ, ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਲੱਗਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਸ ਉੱਤੇ ਜੋ ਇੱਥੇ ਪਹੁੰਚੇ ਨੇ ਉਹਨਾਂ ਦੀ ਕੀ ਰਾਏ ਆ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤੇ ਨੌਜਵਾਨ ਤਾਂ ਇਹੀ ਆਖ ਰਹੇ ਨੇ ਕਿ ਅਸੀਂ ਵੋਟ ਹੀ ਨਹੀਂ ਪਾਉਣੀ, ਨਾ ਅਸੀਂ ਵੋਟ ਪਹਿਲਾਂ ਪਾਈ ਆ। ਉਹਦੀ ਵਜ੍ਹਾ ਇਹ ਆ ਕਿ ਜਿੰਨੇ ਵੀ ਆਗੂ ਸਿਆਸਤ ਵਿੱਚ ਆਉਂਦੇ ਨੇ ਉਹ ਸਿਰਫ ਗੱਲਾਂ ਕਰਨ ਤੋਂ ਬਿਨਾਂ ਕੁਝ ਨਹੀਂ ਕਰਦੇ। ਤੇ ਨਾਲ ਦੀ ਨਾਲ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਇੱਕ ਤਰੀਕੇ ਦੇ ਨਾਲ ਸਿਰਫ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਣਾ, ਜਦ ਕਿ ਚੋਣਾਂ ਨਜ਼ਦੀਕ ਨੇ, ਚੋਣ ਜ਼ਾਬਤਾ ਲੱਗਣ ਵਾਲਾ ਹੈ ਤੇ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਸਰਾਸਰ ਗਲਤ ਨੇ। ਖਾਸ ਤੌਰ ਤੇ ਔਰਤਾਂ ਦੀ ਰਾਏ ਹੈ ਕਿ ਜੇਕਰ ਸਿਆਸਤਦਾਨ ਮੁਫਤ ਚੀਜ਼ਾਂ ਦੇ ਕੇ ਔਰਤਾਂ ਦੀ ਵੋਟ ਖਰੀਦਣਾ ਚਾਹੁੰਦੇ ਨੇ ਉਹ ਸਰਾਸਰ ਗਲਤ ਹੈ। ਜੇਕਰ ਇਹ ਸਿਲੰਡਰ ਮੁਫਤ ਦੇਣ ਦੀ ਗੱਲ ਕਰਦੇ ਨੇ, ਪਰ ਜੇਕਰ ਇਹੀ ਮਹਿੰਗਾਈ ਘਟਾ ਦਿੱਤੀ ਜਾਵੇ ਤਾਂ ਉਹਨਾਂ ਨੂੰ ਇਹ ਮੁਫਤ ਚੀਜ਼ਾਂ ਦੀ ਜ਼ਰੂਰਤ ਹੀ ਨਾ ਪਵੇ। ਸੋ ਇਹ ਸਾਰੀ ਸਿਆਸੀ ਪੈਤੜੇਬਾਜ਼ੀ ਹੈ ਤੇ ਇਹਦੇ ਅਸੀਂ ਇਹਨਾਂ ਦੇ ਲਾਰਿਆਂ ਦੇ ਵਿੱਚ, ਇਹਨਾਂ ਦੇ ਵਾਅਦਿਆਂ ਦੇ ਵਿੱਚ ਨਹੀਂ ਆਵਾਂਗੇ। ਅਸੀਂ ਉਹੀ ਉਮੀਦਵਾਰ ਚੁਣਾਂਗੇ ਜੋ ਸਾਨੂੰ ਚੰਗਾ ਲੱਗਦਾ ਤੇ ਜੋ ਪੰਜਾਬ ਦਾ ਤੇ ਮੁਲਕ ਦੇ ਹੱਕ ਦੇ ਵਿੱਚ, ਲੋਕਾਂ ਦੇ ਹੱਕ ਵਿੱਚ ਭੁਗਤੇਗਾ। ਸੋ ਅੱਜ ਦੇ ਪਬਲਿਕ ਓਪੀਨੀਅਨ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਮੈਨੂੰ ਹੁਣ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।